ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਇਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ ਇੰਡੀਅਨ ਐਕਸਪ੍ਰੈਸ ਤੋਂ, ਔਰ ਇਹਨਾਂ ਦੇ ਨਾਲ ਸਰਦਾਰ ਜਸਪਾਲ ਸਿੰਘ ਸਿੱਧੂ UNI ਤੋਂ। ਸਾਰਿਆਂ ਨੂੰ ਜਿਉ ਆਇਆ ਜੀ। ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ। ਤਿੰਨ ਅਤ ਅਹਿਮ ਮਾਮਲੇ, ਪੰਜਾਬ ਦੀ ਸਰਜਮੀ ਗਰਮ ਹੋ ਗਈ ਹੈ। ਬਲਵੰਤ ਸਿੰਘ ਰਾਜੋਆਣਾ, ਬੇਅੰਤ ਸਿੰਘ ਕਤਲ ਮਾਮਲੇ ਦੇ ਵਿੱਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਇੱਕ ਬੜੀ ਵੱਡੀ ਸਟੇਟਮੈਂਟ ਜਾਰੀ ਕਰ ਦਿੰਦੇ ਆ। ਕੌਮੀ ਇਨਸਾਫ ਮੋਰਚੇ ਦੇ ਨਜ਼ਰੀਓਂ ਇੱਕ ਅਤ ਅਹਿਮ ਡਿਵੈਲਪਮੈਂਟ ਦੇਖੀ ਜਾ ਰਹੀ ਹੈ, ਔਰ ਉਹ ਕੁਝ ਦੋਸ਼ ਵੀ ਲਾ ਰਿਹਾ। ਉਹ ਆਪਣੇ ਆਪ ਬਾਰੇ ਸਥਿਤੀ ਸਪਸ਼ਟ ਕਰਦੇ ਆ, ਦੂਜਿਆਂ ਨੂੰ ਸਪਸ਼ਟ ਕਰਨ ਲਈ ਕਹਿੰਦੇ। ਉਹ ਕਹਿੰਦੇ ਮੋਰਚੇ ਵਾਲੇ ਦੱਸਣ ਕਿ ਉਹ ਕੀ ਨੇ, ਕਿਹਦੇ ਨਾਲ ਜੁੜੇ ਨੇ। ਕੁਝ ਇੱਕ ਵਿਅਕਤੀਆਂ ਦੇ ਉੱਤੇ ਉਹ ਦੋਸ਼ ਲਾ ਦਿੰਦੇ ਨੇ, ਲੇਕਿਨ ਇਹਦੇ ਨਾਲ ਬੀਤੇ ਦਿਨ, ਲੰਘੇ ਦਿਨ, ਕਿਉਂਕਿ ਇਹ ਮਾਮਲੇ ਪੰਥਕ ਨਜ਼ਰੀਏ ਤੋਂ, ਇੱਥੋਂ ਦੀ ਸਿਆਸਤ ਦੇ ਨਜ਼ਰੀਏ ਤੋਂ, ਇੱਥੋਂ ਦੇ ਧਾਰਮਿਕ ਖਾਸਿਆਂ ਦੇ ਨਜ਼ਰੀਏ ਤੋਂ ਬੜੇ ਅਹਿਮ ਆ। ਅਮਰਤਪਾਲ ਸਿੰਘ ਵਾਰਸ ਪੰਜਾਬ ਜਥੇਬੰਦੀ ਦੇ ਕਰਤਾ ਧਰਤਾ, ਜਦੋਂ ਉਹ ਬੁੱਧ ਸਿੰਘ ਵਾਲਾ ਪਿੰਡ ਤੋਂ ਅੱਗੇ ਵੱਧਦੇ ਆ, ਇੱਕ ਵਾਰੀ ਫਿਰ ਉਹ ਆਹਟ ਸੁਣਾਈ ਦਿੰਦੀ ਆ ਅਤੀਤ ਦੀ। ਪਿਛਲੇ 3 ਦਹਾਕੇ ਪਿਛਾਂ ਪਰਤ ਕੇ ਜਾਣਾ ਪੈਂਦਾ ਇਹਨਾਂ ਚੀਜ਼ਾਂ ਨੂੰ ਸਮਝਣ ਲਈ। ਇੱਕ ਉਹ ਪਹਿਲੂ ਆ, ਉਹਨੂੰ ਕਿਵੇਂ ਸਮਝਿਆ ਜਾਵੇ। ਇਹ ਤਿੰਨੋਂ ਜਰਨਲਿਸਟ ਚਸ਼ਮਦੀਦ ਨੇ ਉਹਨਾਂ ਵੇਲਿਆਂ ਦੇ, ਭੁਗਤ ਭੋਗੀ ਵੀ ਨੇ ਇੱਕ ਤਰ੍ਹਾਂ ਨਾਲ, ਕਿ ਉਹਨਾਂ ਹਾਲਾਤ ਦਾ ਇਹਨਾਂ ਨੇ ਫੇਸ ਵੀ ਉਹਨਾਂ ਨੂੰ ਕੀਤਾ, ਸਾਰੀਆਂ ਚੀਜ਼ਾਂ। ਔਰ ਇਹ ਕਿਵੇਂ ਸਮਝਦੇ ਆ, ਸਮਝਣ ਦਾ ਯਤਨ ਕਰਦੇ ਆ। ਤੀਜਾ ਮਾਮਲਾ ਵੀ ਅਹਿਮ ਆ ਕਿ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਸਤਖਤ ਕਰ ਦਿੰਦੇ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਸ਼੍ਰੋਮਣੀ ਕਮੇਟੀ ਦੀ ਕੰਪੇਨ ਦੇ ਵਿੱਚ, ਜਿਹਦੇ ਚ ਉਹਨਾਂ ਦਾ ਟੀਚਾ 30 ਲੱਖ ਲੋਕਾਂ ਦੇ ਦਸਤਖਤ ਕਰਵਾਉਣ ਦਾ ਹੈ। ਬਾਦਲ ਸਾਹਿਬ ਦੇ ਉੱਤੇ ਭਗਵੰਤ ਮਾਨ ਮੁੱਖ ਮੰਤਰੀ ਇਲਜ਼ਾਮ ਲਾਉਂਦੇ ਆ ਕਿ ਵੇਲੇ ਦੀਆਂ ਟੱਕਰਾਂ, ਵੇਲੇ ਦੀ ਨਮਾਜ਼। ਮਤਲਬ ਸਾਫ਼ ਹੈ ਕਿ ਜਦੋਂ ਤੁਹਾਡੇ ਕੋਲ ਦਸਤਖਤ ਵਾਲਾ ਇੱਕ ਰੁਤਬਾ ਸੀ, ਜਦੋਂ ਤੁਹਾਡੇ ਦਸਤਖਤ ਦੀ ਵੈਲਿਊ ਸੀ, ਉਹ ਕਹਿੰਦੇ ਨੇ ਉਦੋਂ ਤੁਸੀਂ ਕਿਉਂ ਨਾ ਕੀਤੇ। ਇਹ ਸਵਾਲ ਕਾਫੀ ਵੱਡੇ ਨੇ। ਆਪਾਂ ਇਹਨਾਂ 3 ਮੁੱਦਿਆਂ ਤੇ ਫੋਕਸ ਕਰਦੇ ਹਾਂ। ਸਰਦਾਰ ਜਗਤਾਰ ਸਿੰਘ ਜੀ, ਬਹੁਤ ਡਿਟੇਲ ਚ ਨਹੀਂ ਮੈਂ ਜਾਂਦਾ, ਮੈਂ ਸਿਰਫ ਸਿੱਧਾ ਪੁੱਛਦਾ ਹੈ ਕਿ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਕਿਹਾ ਜਾਂਦਾ, ਉਹਨਾਂ ਦੀ ਇਹ ਸਟੇਟਮੈਂਟ ਕਿ ਮੈਂ ਅਕਾਲੀ ਆ, ਅਕਾਲੀ ਰਵਾਂਗਾ, ਤੁਸੀਂ ਆਪਣੀ ਸਥਿਤੀ ਕਲੀਅਰ ਕਰੋ, ਤੁਸੀਂ ਕੌਣ ਹੋ, ਕਿਹਦੇ ਨਾਲ ਜੁੜੇ ਹੋ। ਤੇ ਫਿਰ ਉਹ ਇੱਕ ਸੀਨੀਅਰ ਐਡਵੋਕੇਟ ਦੇ ਉੱਤੇ ਕੁਝ ਇਲਜ਼ਾਮ ਬਾਜ਼ੀਆਂ ਵੀ ਉਹ ਖੜੀਆਂ ਹੋ ਜਾਂਦੀਆਂ। ਇੱਕ ਟਕਰਾਅ ਹੈ, ਇੱਕ ਵਿਰੋਧਾਭਾਸ ਹੈ। ਮੈਨੂੰ ਸਮਝਾਇਓ ਜ਼ਰਾ ਕਿ ਇਹਦੇ ਅਰਥ ਕੀ ਲਈਏ। ਬਲਵੰਤ ਸਿੰਘ ਰਾਜੋਆਣਾ ਬੜੇ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਐਸੋਸੀਏਟਡ ਹੈਗੇ। ਭਾਈ ਇਹਨਾਂ ਸਾਰਿਆਂ ਨਾਲ ਹੀ ਲੱਗਦਾ ਹੈ, ਕੋਈ ਭਾਈ ਕੋਈ ਅਜੀਬ ਗੱਲ ਨਹੀਂ ਕਿ ਸਿਰਫ ਇਹਨਾਂ ਨਾਲ ਹੀ ਲੱਗਦਾ ਹੋਵੇ। ਇਹ ਇਤਿਹਾਸ ਦੇ ਵਿੱਚ ਲਗਾਤਾਰ ਹੀ ਲੱਗਦਾ ਆ ਰਿਹਾ, ਔਰ ਇਸ ਸੰਘਰਸ਼ ਦੇ ਨਾਲ ਜਿੰਨੇ ਵੀ ਐਸੋਸੀਏਟਡ ਹੈ ਸਾਰਿਆਂ ਨਾਲ ਹੀ ਲੱਗ ਜਾਂਦੇ। ਅੱਜ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਵੀ ਉਹਨਾਂ ਨੇ ਕੁਐਸਚਨ ਕੀਤੀ ਹੈ ਇੰਟੈਂਸ਼ਨ ਵੀ ਤੇ ਕ੍ਰੀਡੈਂਸ਼ੀਅਲਸ ਵੀ। ਇਹ ਜਿਹੜਾ ਕੌਮੀ ਇਨਸਾਫ ਮੋਰਚਾ ਜ਼ੋਰ ਫੜ ਰਿਹਾ ਹੈ, ਤੇ ਉਸ ਸਟੇਜ ਤੇ ਉਹਨਾਂ ਨੇ ਕੁਐਸਚਨ ਕੀਤਾ ਹੈ ਜਦੋਂ ਇਹ ਮੂਵਮੈਂਟ ਪੰਜਾਬ ਦੇ ਵਿੱਚ ਮਾਸ ਸਪੋਰਟ ਅਖਤਿਆਰ ਕਰਦੀ ਜਾ ਰਹੀ ਹੈ, ਔਰ ਜੋ ਕੁਝ ਉਹਨਾਂ ਨੇ ਕਿਹਾ ਉਹ ਇਸ ਮੋਰਚੇ ਵਾਸਤੇ ਡੈਮੇਜਿੰਗ ਹੈ ਤੇ ਕਾਜ਼ ਵਾਸਤੇ ਵੀ ਡੈਮੇਜਿੰਗ ਹੈ। ਦੋਵੇਂ ਗੱਲਾਂ ਹੈ। ਰਾਜੋਆਣਾ ਦੀ ਮੂੰਹ ਬੋਲੀ ਭੈਣ ਕਵਲਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੀ ਸੰਗਰੂਰ ਲੋਕ ਸਭਾ ਬਾਈ ਇਲੈਕਸ਼ਨ ਦੇ ਵਿੱਚ ਆਪਣਾ ਕੈਂਡੀਡੇਟ ਬਣਾਇਆ ਸੀ, ਤੇ ਉਹ 5ਵੇਂ ਨੰਬਰ ਤੇ ਆਏ ਸੀਗੇ। ਉਹ ਵੱਖਰਾ ਇਸ਼ੂ ਹੈ, ਆਪਾਂ ਉਹਦੇ ਚੋਂ ਕੀ ਲੈਣਾ। ਗੱਲ ਇਹ ਹੈ ਕਿ ਇਸ਼ੂ ਬੰਦੀ ਸਿੰਘਾਂ ਦਾ ਹੈ। ਇਸ ਵੈਲ ਨੋਨ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੇ ਡਿਫਰੈਂਸਿਸ ਜਗਤਾਰ ਸਿੰਘ ਹਵਾਰਾ ਨਾਲ ਬੜੀ ਦੇਰ ਤੋਂ ਚੱਲਦੇ ਆ ਰਹੇ, ਕੋਈ ਨਵੀਂ ਗੱਲ ਨਹੀਂ ਆ। ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦਿਆਂ ਕਿ ਹੀਰੋ ਇਸ ਵੇਲੇ ਜਾਂ ਕਾਫੀ ਪਿਛਲੇ ਲੰਬੇ ਸਮੇਂ ਤੋਂ ਜਗਤਾਰ ਸਿੰਘ ਹਵਾਰਾ ਬਣੇ ਹੋਏ, ਖਾਸ ਕਰਕੇ ਜਦੋਂ ਟਨਲ ਚੋਂ ਪੱਟ ਕੇ ਬੜੈਲ ਜੇਲ੍ਹ ਚੋਂ ਬਾਹਰ ਆਏ ਸੀ ਉਸ ਤੋਂ ਬਾਅਦ। ਲੇਕਿਨ ਜਿਹੜਾ ਬੇਅੰਤ ਸਿੰਘ ਦੀ ਅਸੈਸੀਨੇਸ਼ਨ ਦਾ ਆਈਡੀਆ ਸੀ, ਉਹ ਪਹਿਲਾਂ 2 ਬੰਦਿਆਂ ਦਾ ਸੀ, ਦਿਲਾਵਰ ਸਿੰਘ ਜਿਹੜਾ ਹਿਊਮਨ ਬਾਬ ਬਣਿਆ ਤੇ ਬਲਵੰਤ ਸਿੰਘ ਰਾਜੋਆਣਾ। ਸੋ ਇਹਨਾਂ ਤੋਂ ਓਰੀਜਿਨੇਟ ਹੋ ਕੇ ਇਹ ਆਈਡੀਆ ਓਵਰਸੀਜ਼ ਗਿਆ ਸੀ ਬੱਬਰ ਖਾਲਸਾ ਦੀ ਲੀਡਰਸ਼ਿਪ ਕੋਲ, ਜਿਨ੍ਹਾਂ ਨੇ ਜਗਤਾਰ ਸਿੰਘ ਹਵਾਰਾ ਨੂੰ ਅਲਟੀਮੇਟਲੀ ਕੋਆਰਡੀਨੇਸ਼ਨ ਵਾਸਤੇ ਬਾਹਰੋਂ ਵਾਪਸ ਹਿੰਦੁਸਤਾਨ ਭੇਜਿਆ ਸੀ। ਸੋ ਓਰੀਜਨਲ ਜਿਹੜੇ ਪਲੈਨਰਸ ਹੈਗੇ ਆ ਇਸ ਸੈਕਸ਼ਨ ਦੇ, ਉਹ ਰਾਜੋਆਣਾ ਤੇ ਦਿਲਾਵਰ ਸਿੰਘ ਹੈ। ਤੇ ਇਹਨਾਂ ਦਾ ਸੀ ਕਿ ਆਈਦਰ ਬੇਅੰਤ ਸਿੰਘ ਜਾਂ KPS ਗਿੱਲ। ਸੋ ਇਹ ਗੱਲ ਬੈਕਗਰਾਊਂਡ 'ਚ ਕਲੀਅਰ ਹੋਣੀ ਚਾਹੀਦੀ। ਸ਼ਾਇਦ ਕਿ ਕਿਤੇ ਇਹਨਾਂ ਦੇ ਦਿਮਾਗ 'ਚ ਵੀ ਗੱਲ ਬੈਠੀ ਹੋਵੇ ਵੀ ਓਰੀਜਨਲ ਤਾਂ ਸਾਡਾ ਸੀ, ਕਿ ਸਾਡਾ ਉਹ ਨਾਂ ਰੁਤਬਾ ਨਹੀਂ ਹੈ। ਸੋ ਉਹ ਹੁਣ ਇਸ਼ੂ ਇਹ ਹੈ ਕਿ ਜਿਸ ਸਟੇਜ ਤੇ
ਐਜੂਟੇਸ਼ਨ ਪਹੁੰਚ ਗਈ ਕਿ ਉੱਥੇ ਇਹੋ ਜਿਹੀਆਂ ਗੱਲਾਂ ਹੋਣੀਆਂ ਚਾਹੀਦੀਆਂ ਹੈ, ਮੇਰੇ ਖਿਆਲ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਇਹ ਇਸ਼ੂ ਬਰਾਡਰ ਹੈ। ਹੂੰ ਮੈਂ ਨਾਲ ਹੋਰ ਵੀ ਐਕਸਪਲੇਨ ਕਰਦਿਆਂ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਕੈਦੀਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਇਹ ਇੱਕ ਮਿਸਨੋਵਰ ਹੈ ਕਿ ਸਜ਼ਾ ਪੂਰੀ ਕਰ ਲਈ ਹੈ। ਸਜ਼ਾ ਪੂਰੀ ਕਰਨ ਵਾਲਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ। ਇਹ ਉਮਰ ਕੈਦ ਸਾਰਿਆਂ ਨੂੰ ਹੈਗੀ ਹੈ, ਸਿਆਸੀ ਕੈਦੀ ਹੈ। ਇਹਨਾਂ ਨੇ ਸਿਆਸੀ ਲੜਾਈ ਲੜੀ ਹੈ ਕਿ ਇਹ ਆਪਣੀ ਉਹ ਸਿਆਸੀ ਲੜਾਈ ਹੈ ਜਿਹੜੀ ਉਹਨੂੰ ਡਿਸਓਨ ਕਰਦੇ ਆ ਕਿ ਓਨ ਕਰਦੇ ਆ। ਬਰਾਡਰ ਇਸ਼ੂ ਹੈਗੀ ਹੈ। ਵੇਜਿੰਗ ਵਾਰ ਅਗੇਂਸਟ ਦੇ ਸਟੇਟ ਹੈ, ਇੰਡੀਅਨ ਸਟੇਟ ਦੇ ਅਗੇਂਸਟ ਇਹਨਾਂ ਨੇ ਲੜਾਈ ਲੜੀ ਹੈ। ਜਾਂ ਕਹਿਣ ਵੀ ਅਸੀਂ ਗਲਤੀ ਕਰ ਲਈ ਸੀ, ਜਾਂ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਵੇ ਕਿ ਇਹ ਸਾਡੇ ਸਿਆਸੀ ਕੈਦੀ ਹੈ, ਉਹਦੇ ਨਾਲ ਫਿਰ ਜਿਹੜੀ ਇਹ ਸੰਘਰਸ਼ ਹੈ ਉਹਨੂੰ ਵੀ ਮਾਨਤਾ ਮਿਲਦੀ ਹੈ। ਕਿਤੇ ਤਾਂ ਕੋਈ ਗੱਲ ਕਰੋ ਨਾ, ਇਨ ਪ੍ਰਿੰਸੀਪਲ ਸਿਧਾਂਤਕ ਪੱਧਰ ਤੇ ਇਹ ਗੱਲ ਸਾਰੀ ਹੋਣੀ ਚਾਹੀਦੀ ਹੈ। ਮੈਂ ਪਹਿਲਾਂ ਕਹਿ ਚੁੱਕਾ ਕਿ ਲੜਾਈ ਜਿਹੜੀ ਇਹਨਾਂ ਦੀ ਸਜ਼ਾ ਹੈ ਪੂਰੀ ਹੋਣ ਦੀ ਕੋਈ ਗੱਲ ਨਹੀਂ ਹੈ। ਹੁਣ ਮੈਂ ਵੀ ਸ਼ਾਇਦ ਕਿਤੇ ਇਹ ਕੋਟ ਕੀਤਾ ਹੋਵੇ ਕਿ ਜੇ ਬਿਲਕਿਸ ਬਾਨੋ ਦੇ ਰੇਪਿਸਟ ਤੇ ਗੈਂਗ ਕਿਲਰਸ ਰਿਲੀਜ਼ ਹੋ ਸਕਦੇ ਤੇ ਇਹ ਕਿਉਂ ਨਹੀਂ ਹੋ ਸਕਦੇ। ਸਾਨੂੰ ਆਪਣੇ ਜਿਹੜੇ ਸਿਆਸੀ ਕੈਦੀ ਇਸ ਪੱਧਰ ਦੇ ਉਹਨਾਂ ਦਾ ਹੀ ਕੰਪੈਰੀਜ਼ਨ ਰੇਪਿਸਟ ਨਾਲ ਨਹੀਂ ਕਰਨਾ ਚਾਹੀਦਾ। ਇਹ ਅਨਕਾਲਡ ਫਾਰ ਹੈ। ਅੱਛਾ, ਇਹਦੇ ਚ ਇਹ ਸਰਦਾਰ ਜਗਤਾਰ ਸਿੰਘ ਜੀ ਜੋ ਕਿਹਾ ਬਹੁਤ ਸੰਖੇਪ ਚ ਜ਼ਰੂਰ ਲਿਓ। ਬਲਵੰਤ ਸਿੰਘ ਰਾਜੋਆਣਾ ਜੋ ਕਹਿ ਰਹੇ ਆ, ਇੱਕ ਸੀਨੀਅਰ ਵਕੀਲ ਨੂੰ ਵੀ ਉਹ ਨਿਸ਼ਾਨੇ ਤੇ ਲੈ ਰਿਹਾ, ਇਹਦੇ ਸਾਰਿਆਂ ਦੇ ਅਰਥ ਕਿਵੇਂ ਸਮਝੀਏ? ਇਹਦੀ ਲੋੜ ਕਿਉਂ ਪਈ? ਲੋੜ ਮੈਨੂੰ ਨਹੀਂ ਸਮਝ ਆਉਂਦੀ ਕਿ ਉਹਨਾਂ ਦੀ ਕੀ ਲੋੜ ਸੀ। ਜੇ ਚੁੱਪ ਵੀ ਕਰੀ ਰੱਖਦੇ ਤਾਂ ਜ਼ਿਆਦਾ ਠੀਕ ਸੀ। ਲੋੜ ਉਸ ਹਿਸਾਬ ਤੇ ਕੋਈ ਨਹੀਂ ਗੀ। ਹਾਂ, ਜੇ ਪਿੱਛੇ ਹੋਰ ਕੋਈ ਡਿਜ਼ਾਈਨ ਕਿਸੇ ਪਾਸਿਓਂ ਆ ਰਿਹਾ ਹੋਵੇ ਤੇ ਗੱਲ ਵੱਖਰੀ ਹੈ, ਲੇਕਿਨ ਜੋ ਕੁਝ ਉਹਨਾਂ ਨੇ ਅੱਜ ਕਿਹਾ ਉਹਦੇ ਨਾਲ ਇਸ ਸੰਘਰਸ਼ ਤੇ ਕੁਐਸਚਨ ਮਾਰਕ ਇਹਨਾਂ ਦੀ ਲੀਡਰਸ਼ਿਪ ਤੇ ਲੱਗ ਗਏ ਹੈ। ਇੱਕ ਪਾਸੇ ਗੱਲ ਚੱਲ ਰਹੀ ਹੈ ਕਿ ਇਹ ਮੀਡੀਆ ਦੇ ਇੱਕ ਸੈਕਸ਼ਨ ਖਾਸ ਕਰਕੇ ਕਿ ਇਹ ਰੈਡੀਕਲਸ ਦਾ ਇੱਕ ਫਰੰਟ ਹੈ ਤੇ ਇਹਦੇ ਨਾਲ ਪੰਜਾਬ ਨੂੰ ਖਤਰਾ ਹੈ। ਲਗਾਤਾਰ ਇਹ ਗੱਲਾਂ ਹੁਣ ਲਿਖੀਆਂ ਜਾ ਰਹੀਆਂ ਮੀਡੀਆ ਦੇ ਵਿੱਚ। ਦੂਜੇ ਪਾਸੇ ਇਸ ਮੌਕੇ ਤੇ ਇਹਨਾਂ ਦਾ ਇਹ ਬਿਆਨ ਆ ਗਿਆ। ਸੋ ਸਾਰੀ ਗੱਲ ਇਹ ਕੰਟਰਾਡਿਕਟਰੀ ਹੈ। ਉਹ ਮੇਰੇ ਖਿਆਲ ਦੇ ਵਿੱਚ ਇਹਦੀ ਕੋਈ ਲੋੜ ਨਹੀਂ ਸੀਗੀ ਔਰ ਇਹ ਸਾਰੇ ਕਾਜ਼ ਨੂੰ ਡੈਮੇਜ ਕਰਦਾ ਅਲਟੀਮੇਟਲੀ। ਜੀ ਬਿਲਕੁਲ ਠੀਕ ਹੈ। ਸਰਦਾਰ ਹਰਮੀਤ ਸਿੰਘ ਜੀ, ਹੁਣ ਜਰਾ ਨਹੀਂ, ਮੈਂ ਇੱਕ ਮਿੰਟ ਮੈਂ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੀ ਨਾਲ ਇਸ ਸੰਖੇਪ ਦੇ ਵਿੱਚ ਦੋ ਲੈਣਾ ਕਰ ਦਿਆਂ। ਬਾਦਲ ਸਾਹਿਬ ਨੇ ਕੀਤੀ ਹੈ ਸਾਈ, ਸੁਖਬੀਰ ਸਿੰਘ ਬਾਦਲ ਨੇ ਵੀ ਕੀਤੀ ਹੈ। ਮੇਰਾ ਸਿੰਪਲ ਜਿਹੀ ਕੁਐਰੀ ਹੈ ਕਿ ਇਹ ਉਹੀ ਪੈਨ ਹੈ ਜਿਸ ਪੈਨ ਨਾਲ ਇਹਨਾਂ ਨੇ ਇਜ਼ਹਾਰ ਆਲਮ ਤੇ ਉਹਦੀ ਵਾਈਫ ਨੂੰ ਅਕਾਲੀ ਦਲ ਜੁਆਇਨ ਕਰਾਇਆ ਸੀ। ਕਿ ਇਹ ਉਹੀ ਪੈਨ ਹੈ ਜਿਹਦੇ ਨਾਲ ਇਹਨਾਂ ਨੇ ਆਰਡਰ ਕਰਕੇ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਇਆ ਸੀ। ਇਹ ਦੋ ਉਹ ਅਫਸਰ ਹੈ ਜਿਨ੍ਹਾਂ ਦੇ ਨਾਂ ਕਿਸੇ ਵੇਲੇ ਪੰਜਾਬ ਦੇ ਵਿੱਚ ਉਹਨਾਂ ਪਰਿਵਾਰਾਂ ਤੇ ਐਕਸੈਸਿਸ ਕਰਨ ਤੇ ਫੇਕ ਐਨਕਾਊਂਟਰ ਦੇ ਆਉਂਦੇ ਹੈ ਜਿਸ ਮੂਵਮੈਂਟ ਨਾਲ ਇਹ ਲੋਕ ਸੰਬੰਧਿਤ ਹੈ, ਜਿਨ੍ਹਾਂ ਦੀ ਰਿਹਾਈ ਵਾਸਤੇ ਬਾਦਲ ਸਾਹਿਬ ਨੇ ਹੁਣ ਪੈਨ ਵਰਤਿਆ ਹੈ। ਮੈਂ ਤਾਂ ਕਿਹਾ ਵੀ ਕੀ ਇਹ ਪੈਨ ਉਹੀ ਹੈ? ਇਹ ਸਫਾਈ ਚਾਹੀਦੀ ਹੈ। ਇਹ ਤੁਸੀਂ ਬਹੁਤ ਵੱਡਾ ਸਵਾਲ ਉਠਾਇਆ। ਇੱਕ ਪੂਰਾ ਰਾਉਂਡ ਇੱਥੇ ਇੱਕ ਪੂਰਾ ਹਿੱਸਾ ਪ੍ਰੋਗਰਾਮ ਦਾ ਇਹਦੇ ਤੇ ਲੈ ਕੇ ਜਾਂਦੇ ਆ। ਇਹ ਸਾਰੀਆਂ ਗੱਲਾਂ ਅਹਿਮ ਨੇ। ਸਰਦਾਰ ਹਰਮੀਤ ਸਿੰਘ ਜੀ, ਕੀ ਇਸ ਕੌਮੀ ਇਨਸਾਫ ਮੋਰਚੇ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਸਟੇਟਮੈਂਟ ਨਾਲ ਕੋਈ ਫਰਕ ਪੈਣ ਲੱਗਿਆ? ਕੀ ਇਹਦੇ 'ਚ ਸ਼ੰਕੇ ਖੜੇ ਹੋਣਗੇ? ਕੀ ਇਹਦੇ ਸੰਬੰਧੀ ਕੋਈ ਸਫਾਈ ਆਊਗੀ? ਜਿਹੜਾ ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜੋਆਣਾ ਦੇ ਵਿੱਚ ਕਲੈਸ਼ ਚੱਲਦਾ ਪਿਆ, ਪਰਸਪਰ ਰਫੜ ਹੈ ਪੁਰਾਣਾ, ਹੁਣ ਇਹਨੂੰ ਨਵੇਂ ਰੂਪ ਦੇ ਵਿੱਚ, ਨਵੀਂ ਸ਼ੇਪ ਦੇ ਵਿੱਚ ਪੋਲਿਟਿਕਸ ਦੇ ਨਜ਼ਰੀਏ ਤੋਂ ਵੀ ਆਂਕਾਂਗੇ? ਦੇਖੋ, ਇਹਦੇ 'ਚ ਇਹ ਹੈ ਕਿ ਜਿਹੜਾ ਇਦੋਂ ਪਹਿਲਾਂ ਵੀ ਇਤਰਾਜ਼ਬਾਜ਼ੀ ਤਾਂ ਲਗਾਤਾਰ ਹੋ ਰਹੀ ਹੈ। ਕੋਈ ਇੱਕ ਅੱਜ ਨਹੀਂ ਹੋਈ। ਅੱਜ ਰਾਜੋਆਣਾ ਕਿਉਂਕਿ ਵੱਡਾ ਉਸ ਕੇਸ ਦਾ ਇਨਵੋਲਵ ਹੈ, ਰਾਜੋਆਣਾ ਦਾ ਕੱਦ ਵੱਡਾ ਹੈ ਤੇ ਉਹ ਅਜੇ ਇਦੋਂ ਪਹਿਲਾਂ ਆਪਾਂ ਦੇਖੀਏ ਇਨਸਾਨ ਮੋਰਚੇ ਨਾਲ ਰਿਲੇਟਡ ਤੇ ਜਦੋਂ ਅਮਰਪਾਲ ਸਿੰਘ ਇੱਥੇ ਆ ਕੇ ਸਟੇਜ ਤੇ ਬੋਲਦਾ, ਉਹ ਕਹਿੰਦੇ ਨੇ ਵੀ 3 ਹਟਾ ਲਓਗੇ, 300 ਗ੍ਰਿਫਤਾਰ ਕਰਾ ਲਓਗੇ, ਇਹਦੇ ਚੋਂ ਕੀ ਕੱਢੋਗੇ ਜਾਂ ਬਾਕੀ, ਮਤਲਬ ਇੱਕ ਲੈਵਲ ਦੀ ਓਵਰਆਲ ਸਪੀਚ ਦੇ ਵਿੱਚੋਂ ਇਹੀ ਸੀ ਕਿ ਇਹਦਾ ਕੋਈ ਬਹੁਤਾ ਇਸ ਮੋਰਚੇ ਦਾ ਫਾਇਦਾ ਨਹੀਂ ਹੈ। ਫਿਰ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਇੱਕ ਵਕੀਲ ਨੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਮੈਂ ਮਿਲ ਕੇ ਆਇਆ, ਮੈਂ ਤਾਰਾ ਤੇ ਭਿਓਰਾ ਦਾ ਵਕੀਲ ਹਾਂ। ਉਹ ਵੀ ਲਗਭਗ ਬੜੈਲ ਜੇਲ੍ਹ ਕੇਸ ਦੇ ਵਿੱਚ ਸਾਰੇ ਸ਼ਾਮਲ ਨੇ, ਇਕੱਠੇ ਸੀਗੇ ਕਿ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਕਿਤੇ ਸਮਝੌਤਾ ਨਾ ਕਰ ਲਿਓ ਸਾਡੇ ਨਾਂ ਤੇ, ਅਸੀਂ ਜਿਹੜਾ ਮੇਨ ਕਾਜ ਹੈ ਸਾਡਾ, ਜਿਹਦੇ ਨਾਲ ਜੁੜੇ ਹੋਏ ਆ, ਜਿਹਦੇ ਕਰਕੇ ਅਸੀਂ ਅੰਦਰ ਆ, ਉਹਦੇ ਤੇ ਕੋਈ ਸਮਝੌਤਾ ਕਰਨ ਦੀ ਇੱਧਰ ਉੱਧਰ ਦੀ ਗੱਲ ਨਾ ਕਰਿਓ। ਇਹ ਛਡਾਉਣ ਛਡੂਣ ਦਾ ਕੰਮ ਮਤਲਬ ਅਸੀਂ ਤੁਹਾਨੂੰ ਕੋਈ ਰਾਈਟ ਨਹੀਂ ਦਿੰਦੇ।
ਉਦੋਂ ਵੀ ਇੱਕ ਵਾਰ ਇਹ ਗੱਲ ਆਈ ਸੀ ਤੇ ਬਾਅਦ ਚ ਫਿਰ ਉਹ ਦੱਬੀ ਗਈ ਵੀ ਹਾਂ ਜੀ ਮਿਲ ਕੇ ਅਸੀਂ ਇਹਨੂੰ ਫੈਸਲਾ ਕਰ ਲਿਆ, ਠੀਕ ਕਰ ਲਿਆ ਜਾਂ ਆਪਸ ਦੇ ਵਿੱਚ ਮੈਨੇਜ ਕਰ ਲਿਆ, ਉਹ ਇੱਕ ਅਲੱਗ ਗੱਲ ਹੈ। ਔਰ ਕਿਤੇ ਨਾ ਕਿਤੇ ਐਂ ਲੱਗਦਾ ਕਿ ਜਿਹੜੇ ਬੰਦੀ ਸਿੰਘ ਵੀ ਨੇ ਉਹਨਾਂ ਦੇ ਵਿੱਚ ਵੀ ਇੱਕ ਕ੍ਰੈਡਿਟ ਦਾ ਤਾਂ ਕੁਐਸਚਨ ਡਿਵੈਲਪ ਹੋ ਹੀ ਰਿਹਾ, ਦਿਖਾਈ ਦੇ ਰਿਹਾ। ਮਤਲਬ ਜੋ ਮਰਜ਼ੀ ਹੈ ਇੰਨੇ ਸਮੇਂ ਤੋਂ ਰਹੇ ਜਿਹੜੇ ਬੰਦੇ, ਜਿਹੜੇ ਪੈਰੋਲ ਤੇ ਹੁਣੇ 2 ਜਣੇ ਆਏ ਹੋਏ ਨੇ, ਉਹ ਆਪੋ ਆਪਣੇ ਤਰੀਕੇ ਦੀ ਗੱਲ ਕਰਦੇ ਨੇ। ਕੋਈ ਕਹਿੰਦਾ ਛੱਡੋ ਜੀ ਮੋਰਚਾ 'ਚ ਕੀ ਫਾਇਦਾ ਹੈ, ਕੋਈ ਆਪਾਂ ਪੜ੍ਹੋ ਲਿਖੋ ਹੁਣ, ਚੰਗੀਆਂ ਪੋਸਟਾਂ ਤੇ ਜਾਓ, ਸਿੱਖ ਹੁਣ ਉਸ ਪਾਸੇ ਵੱਲ ਚੱਲਣ, ਦੌਰ ਉਹ ਆ ਗਿਆ। ਅਲੱਗ-ਅਲੱਗ ਤਰੀਕੇ ਦਾ ਅਲੱਗ-ਅਲੱਗ ਹੈ। ਤੇ ਇੱਕ ਤੀਜਾ ਅੱਗੇ ਚੌਥਾ ਕੰਪੋਨੈਂਟ ਵੀ ਹੈ, ਉਹਨੂੰ ਵੀ ਬਿਲਕੁਲ ਮਾਈਨਸ ਨਹੀਂ ਕਰਨਾ ਚਾਹੀਦਾ ਕਿ ਬੇਅੰਤ ਸਿੰਘ ਦਾ ਪੋਤਾ ਰਵਨੀਤ ਸਿੰਘ ਬਿੱਟੂ ਜਿਹੜਾ ਮੈਂਬਰ ਪਾਰਲੀਮੈਂਟ ਆ, ਉਹ ਵੀ ਰੋਜ਼ ਬੋਲਦਾ ਇਹਦੇ ਤੇ ਕੁਛ ਨਾ ਕੁਛ। ਉਹ ਇੱਕੋ ਗੱਲ ਕਹਿ ਰਿਹਾ ਜੀ, ਤੁਸੀਂ ਇਹ ਮਾਫੀ ਮੰਗ ਲਓ ਕਿ ਅੱਗੇ ਤੋਂ ਅਸੀਂ ਇਹ ਨਹੀਂ ਕਰਾਂਗੇ, ਸਾਡੇ ਤੋਂ ਗਲਤ ਹੋ ਗਿਆ ਤਾਂ ਅਸੀਂ ਤੁਹਾਡੇ ਨਾਲ ਸਪੋਰਟ ਕਰ ਦਾਂਗੇ, ਨਹੀਂ ਤਾਂ ਕਿਸੇ ਨੂੰ ਵੀ ਅਸੀਂ ਇਹਦੇ ਵਿਰੋਧ ਚ ਅਸੀਂ ਉਸ ਲੈਵਲ ਦੇ ਉੱਤੇ ਖੜੇ ਹੋਇਆ। ਇਹ ਸਿਚੁਏਸ਼ਨ ਅਸੀਂ ਬਿਆਨਬਾਜ਼ੀ ਓਵਰਆਲ ਦੇਖ ਰਹੇ ਹਾਂ। ਤਾਂ ਜਿਹੜਾ ਇਹ ਮੋਰਚਾ, ਮੋਰਚੇ ਦੇ ਵਿੱਚ ਇੱਕ ਸੈਂਟਰਲਾਈਜ਼ ਪੋਜੀਸ਼ਨ ਦੇ ਵਿੱਚ ਜਿਹੜਾ ਆਇਆ ਤੇ ਉਹ ਇੱਕੋ ਹੀ ਬੰਦਾ ਜਿਹਨੂੰ ਚੱਬੇ ਦੇ ਵਿੱਚ ਓਪਨਲੀ ਕਹਿ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਲੱਖਾਂ ਲੋਕ ਉੱਥੇ ਗਏ ਔਰ ਉਹ ਬੇਅਦਬੀ ਵਾਲਾ ਮੁੱਦਾ ਸਾਈਡ ਤੇ ਛੱਡ ਕੇ ਜਥੇਦਾਰੀਆਂ ਦੀ ਨੁਮਾਇੰਦਗੀ ਦਿੱਤੀ, ਤਾਂ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦੇ ਜਥੇਦਾਰ ਦੇ ਤੌਰ ਤੇ ਉਹ ਇਕੱਠ ਨੁਮਾਇੰਦਗੀ ਦੇ ਦਿੰਦਾ ਜੀ ਵੀ ਸਾਡਾ ਇਹ ਜਥੇਦਾਰ ਹੋਣਗੇ। ਤਾਂ ਆਟੋਮੈਟਿਕਲੀ ਇਹ ਸਾਰਾ ਜਦੋਂ ਵੀ ਕਿਹਾ ਜਾਂਦਾ ਇੱਥੋਂ, ਉੱਥੇ ਆਪਾਂ ਤਸਵੀਰਾਂ ਵੀ ਦੇਖਦੇ ਹਾਂ। ਵੱਡੀ ਤਸਵੀਰ ਦੇ ਤੌਰ ਤੇ ਜੇ ਮੋਰਚਾ ਵਿਜ਼ਿਟ ਕਰੋ ਤੁਸੀਂ, ਤਾਂ ਮੋਰਚੇ ਵਿਜ਼ਿਟ ਦੇ ਤੌਰ ਤੇ ਜਿਹੜਾ ਵੱਡਾ ਚਿਹਰਾ ਦਿਖਾਈ ਦਿੰਦਾ ਉਹ ਜਗਤਾਰ ਸਿੰਘ ਹਵਾਰਾ ਉਹਨਾਂ ਦਾ ਦਿੰਦਾ। ਵੱਡੇ ਬੈਨਰ, ਵੱਡੇ ਉਹ ਹੱਥ ਜੋੜ ਕੇ ਵੈਲਕਮ ਕਰਨ ਤੋਂ ਲੈ ਕੇ ਜਿੰਨੇ ਵੀ ਲਾਏ ਨੇ, ਇਹਦਾ ਮਤਲਬ ਮੋਰਚਾ ਸੰਚਾਲਕ ਜੋ ਹੈਗੇ ਨੇ ਉਹ ਉਸ ਐਂਗਲ ਤੋਂ ਨੇ। ਔਰ ਜਦੋਂ ਵੀ ਕੋਈ ਗੱਲ ਹੁੰਦੀ ਆ ਮੋਰਚੇ, ਚਾਹੇ ਉਸ ਦਿਨ 3-4 ਦਿਨ ਪਹਿਲਾਂ ਜਿਹੜਾ ਲਾਠੀ ਚਾਰਜ ਹੋ ਗਿਆ, ਬਾਕੀ ਚੀਜ਼ਾਂ ਹੋ ਗਈਆਂ, ਤਾਂ ਉਹ ਸਟੇਜ ਤੋਂ ਅਨਾਉਂਸ ਕਰਦੇ ਨੇ ਕਿ ਹਵਾਰਾ ਸਾਹਿਬ ਦਾ ਮੈਸੇਜ ਆਇਆ ਹੈ, ਉਹਨਾਂ ਨੇ ਟੈਲੀਫੋਨ ਤੇ ਆ ਕੇ ਆਇਆ, ਉਹਨਾਂ ਨੇ ਟੈਲੀਫੋਨ ਤੇ ਦੂਜੇ ਬੰਦਿਆਂ ਨਾਲ ਵੀ ਗੱਲਾਂ ਕੀਤੀਆਂ ਨੇ, ਉਹ ਹਵਾਲਾ ਦਿੱਤਾ ਜਾਂਦਾ ਲਗਾਤਾਰ। ਤਾਂ ਇਹ ਕਿਤੇ ਨਾ ਕਿਤੇ ਹੋ ਜਾਂਦਾ, ਜਿਹੜੀਆਂ ਇਹ ਚੀਜ਼ਾਂ ਸਾਰੀਆਂ ਚੱਲਦੀਆਂ ਨੇ। ਜਦੋਂ ਹੋ ਸਕਦਾ ਇਹ ਚੀਜ਼ਾਂ, ਮੈਨੂੰ ਲੱਗਦਾ ਕਿ ਜਿਹੜੇ ਮੋਰਚੇ ਦੇ ਸੰਚਾਲਕ ਨੇ ਅਜੇ ਪੋਲੀਟੀਕਲੀ ਉਹਨਾਂ ਦਾ ਦਾਇਰਾ ਐਡਾ ਵੱਡਾ ਨਹੀਂ, ਉਹ ਸਾਰਿਆਂ ਨੂੰ ਕਲਾਵੇ ਚ ਲੈਣ, ਸਾਰਿਆਂ ਦੀ ਸਲਾਹ ਕਰਨ, ਸਾਰਿਆਂ ਨੂੰ ਮਿਲਦੇ, ਸਾਰਿਆਂ ਨਾਲ ਮਿਲ ਕੇ ਉਦੋਂ ਬਾਅਦ ਗੱਲ ਕਰਦੇ ਵੀ ਆਪਾਂ ਸਾਰਿਆਂ ਦਾ ਇੱਕ ਬੈਲੈਂਸ ਕਿਵੇਂ ਰੱਖਣਾ, ਉਹ ਇੱਕ ਅਲੱਗ ਪਹਿਲੂ ਉਸ ਪੱਧਰ ਦੇ ਉੱਤੇ ਹੈ। ਹਾਂ, ਜਿਹੜੀ ਮੂਵਮੈਂਟ ਦਾ ਕੁਐਸਚਨ ਹੈ ਕਿ ਇਹਨੂੰ ਅਸੀਂ ਸਿਆਸੀ ਕੈਦੀਆਂ ਦੇ ਇੱਕ ਦੇਸ਼ ਪੱਧਰ ਦੇ ਉੱਤੇ ਵਿੱਚ ਵੀ ਇੱਕ ਆਰਗੇਨਾਈਜੇਸ਼ਨ ਬਣੀ ਹੁੰਦੀ ਹੈ, ਹੋਈ ਆ ਆਲ ਇੰਡੀਆ ਲੈਵਲ ਤੇ ਪੋਲੀਟੀਕਲ ਪ੍ਰਿਜ਼ਨਰਸ ਦੀ ਰਿਹਾਈ ਦੇ ਵਾਸਤੇ। ਉਹ ਚ ਕਸ਼ਮੀਰੀ ਵੀ ਨੇ, ਉਹ ਚ ਕਬਾਇਲੀ ਵੀ ਨੇ, ਉਹ ਚ ਹੋਰ ਬਹੁਤ ਲੋਕ ਨੇ। ਪਰ ਮੈਨੂੰ ਲੱਗਦਾ ਪੰਜਾਬ ਵਾਲਾ ਕੰਪੋਨੈਂਟ ਉਹਦੇ ਚ ਨਹੀਂ ਹੈ ਉਸ ਪੱਧਰ ਤੇ। ਉਹ ਸਿਆਸੀ ਕੈਦੀਆਂ ਦੀ ਰਿਹਾਈ ਦਾ ਕੁਐਸਚਨ ਹੈ। ਤਾਂ ਜੇ ਸਿਆਸੀ ਕੈਦੀ ਦੇ ਵਜੋਂ ਦੇਖੇ ਜਾਣ ਤਾਂ ਉਹ ਮੂਵਮੈਂਟ ਨੂੰ ਹੋਰ ਕਰਨਾ ਪਏਗਾ। ਉਸ ਮੂਵਮੈਂਟ ਨੂੰ ਪੰਜਾਬ ਦੀਆਂ ਪੋਲੀਟੀਕਲ ਧਿਰਾਂ ਸਮੇਤ, ਅਕਾਲੀ ਦਲ ਸਮੇਤ ਬਾਕੀ ਦੇ ਬਹੁਤ ਸਾਰੇ ਗਰੁੱਪ ਡਿਸਓਨ ਕਰ ਚੁੱਕੇ ਨੇ ਬੜੇ ਲੰਬੇ ਸਮੇਂ ਤੋਂ। ਜਦੋਂ ਤੋਂ ਇਹ ਕਹਿੰਦੇ ਆ ਰਹੇ ਨੇ, ਜਦੋਂ ਗਵਰਨਮੈਂਟ ਆਫ ਇੰਡੀਆ ਤੱਕ ਉਹ ਦਰਖਾਸਤਾਂ ਦੇਣ ਲੱਗੇ ਕਿ ਪਾਕਿਸਤਾਨ ਦੀ ਚੱਕ ਚ ਹੋਇਆ ਚੀਜ਼ਾਂ ਨੇ, ਅਸੀਂ ਦੇਸ਼ ਦੀ ਲੜਾਈ ਲੜੀ ਹੈ, ਇਸ ਕਰਕੇ ਸਾਡਾ ਕਰਜ਼ਾ ਮਾਫ ਕਰ ਦਿਓ, ਅਸੀਂ ਤਾਂ ਉਹ ਤਾਂ ਉਸ ਪਾਲੇ ਚ ਆਲਰੇਡੀ ਖੜੇ ਨੇ ਪੋਲੀਟੀਕਲੀ ਜਾ ਕੇ। ਬਿਲਕੁਲ, ਤਾਂ ਤੁਸੀਂ ਉਹਨੂੰ ਹੋਰ ਤਾਂ ਨਹੀਂ ਕਰ ਰਹੇ ਨਾ ਕਿਸੇ ਵੀ ਰੂਪ ਵਿੱਚ ਜੀ। ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਫਿਰ ਇਹ ਦਿਖਾਈ ਦੇ ਰਿਹਾ ਕਿ ਇਹਦੇ ਚ ਕਨਫਿਊਜ਼ਨ ਆਉਣਾ ਸੁਭਾਵਿਕ ਹੈ। ਔਰ ਵੱਡੇ ਪੱਧਰ ਤੇ ਅਜੇ ਕੱਦ ਕਿਸੇ ਵਿਅਕਤੀ ਦਾ ਉਸ ਮੋਰਚੇ ਦੇ ਸੰਚਾਲਕਾਂ ਚੋਂ ਐਡਾ ਨਹੀਂ ਬਣ ਪਾ ਰਿਹਾ ਕਿ ਲੋਕ ਉਹਦੇ ਵੱਲ ਦੇਖਣ ਸੰਚਾਲਕ ਰੂਪ ਦੇ। ਹਜੇ ਮੈਨੂੰ ਲੱਗਦਾ ਇਹਦੀ ਜਿਹੜੀ ਚੱਲਣ ਸਮੂਥਗੀ ਹੈ, ਇਹ ਇੱਕ ਫਰਕ ਪਾ ਰਿਹਾ ਮੋਰਚਾ, ਜਿਹੜਾ ਕਿ ਪੋਜ਼ਿਟਿਵ ਵੀ ਦਿਖਾਈ ਦੇ ਰਿਹਾ। ਉਹਦਾ ਕਾਰਨ ਇਹ ਹੈ ਕਿ ਕਿਸਾਨ ਜਥੇਬੰਦੀਆਂ ਇੱਕ ਅੱਧੀ ਨੂੰ ਛੱਡ ਕੇ ਲਗਭਗ ਸਾਰੀਆਂ ਉਹ ਚ ਇਨਵੋਲਵ ਹੋ ਰਹੀਆਂ ਨੇ, ਚਾਹੇ ਜੇ ਬਹੁਤ ਘੱਟ ਨਹੀਂ। ਅੱਜ ਵੀ SKM ਜਿਹੜਾ ਹੈ ਉਹ ਆਇਆ, ਆਪੋ ਆਪਣੇ ਬੰਦੇ ਲੈ ਕੇ, ਸਾਰੇ ਲੀਡਰਸ਼ਿਪ ਵੱਖ-ਵੱਖ ਜਥੇਬੰਦੀਆਂ ਦੀ SKM ਦੀ ਆਈ। ਉਹਦੇ ਨਾਲ ਇੱਕ ਫਰਕ ਜ਼ਰੂਰ ਪਿਆ ਕਿ ਉਹ ਜਿਹੜਾ ਇੱਕ ਵਨ ਸਾਈਡਡਨੈਸ ਹੈ ਉਹਦੀ ਨਹੀਂ, ਉਹਦੇ ਚ ਕਾਮਰੇਡਾਂ ਨੂੰ ਵੀ ਇਹ ਕਹਿ ਰਹੇ ਨੇ, ਸਾਰੀਆਂ ਜਥੇਬੰਦੀਆਂ ਲੈਫਟ ਨਾਲ ਵੀ ਸੰਬੰਧਿਤ ਨੇ, ਆਓ ਜੀ ਤੁਸੀਂ ਆਪਣੇ ਨਾਰੇ ਵੀ ਤੁਹਾਡੇ ਵਿੱਚ ਨੇ, ਕੋਈ ਨਹੀਂ ਬੋਲੋ ਇੱਥੇ ਆ ਕੇ। ਔਰ ਉਹ ਜਿਹੜੀ ਇੱਕ ਮਤਲਬ ਇਨਕਲੂਸਿਵ ਵਨ ਹੈ, ਸਾਰਿਆਂ ਨੂੰ ਸ਼ਾਮਲ ਕਰਨ ਦਾ ਇੱਕ ਤਰੀਕਾਕਾਰ ਹੈ, ਉਹ ਜ਼ਰੂਰ ਇਸ ਮੋਰਚੇ ਨੂੰ ਥੋੜਾ ਜਿਹਾ ਤਾਕਤ ਦਿੰਦਾ ਤੇ ਇੱਕ ਵੱਡਾ ਬਣਾਉਣ ਦੀ ਟਰਾਈ ਕਰਦਾ। ਇਹਦਾ ਮਤਲਬ ਹੈ ਕਿ ਪਹਿਲਾਂ ਹੀ ਕਈ ਨਜ਼ਰੀਆ ਤੋਂ ਘਿਰਿਆ ਹੋਇਆ ਵਿਚਾਰਧਾਰਕ ਵਿਰੋਧਾਭਾਸ, ਵਖਰੇਵੇਂ, ਸਾਰੀਆਂ ਚੀਜ਼ਾਂ, ਸ਼ੰਕੇ, ਉਦੋਂ ਰਾਜੋਆਣਾ ਦੀ ਇਹ ਸਟੇਟਮੈਂਟ ਨਾਲ ਆਉਂਦੇ ਦਿਨਾਂ ਦੇ ਵਿੱਚ ਕੁਝ ਹੋਰ ਭੰਬਲ ਭੂਸੇ ਰਫੜ ਵਧਣ ਵਾਲੇ ਆ। ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ, ਤੁਸੀਂ ਦੋਨਾਂ ਇਹ ਗੱਲਾਂ ਸਾਰੀਆਂ ਸੁਣ ਲਈਆਂ ਹੁਣ ਤੱਕ, ਆਪਣਾ ਵਿਊ ਪੁਆਇੰਟ ਦਿਓ, ਆਪਣਾ ਨਜ਼ਰੀਆ ਦਿਓ, ਫਿਰ ਆਪਾਂ ਅੰਮ੍ਰਿਤਪਾਲ ਵਾਲਾ ਮਾਮਲਾ ਦੂਜੇ ਰਾਊਂਡ ਦੇ ਵਿੱਚ ਪ੍ਰਮੁਖਤਾ ਨਾਲ ਲੈ ਕੇ ਜਾਂਦੇ ਹਾਂ।
ਇਹ ਕਾਫੀ ਹੱਦ ਤੱਕ ਗੱਲਾਂ ਇਹਨਾਂ ਨੇ ਉਹਦਾ ਬੇਸ ਆ ਜਿਹੜਾ ਬਿਲਕੁਲ ਠੀਕ ਬੰਨਿਆ। ਕਨਫਿਊਜ਼ਨ ਤਾਂ ਹੋਣੀ ਸੀ। ਪਹਿਲੀ ਗੱਲ ਤਾਂ ਇਹ ਮੈਨੂੰ ਇਹ ਲੱਗਦਾ ਹੁੰਦਾ ਵੀ ਮੋਰਚਾ ਕੁਝ ਬੰਦਿਆਂ ਨੇ ਆਪਣਾ ਕੱਦ ਵੱਡਾ ਕਰਨ ਲਈ ਲਾਇਆ ਜਾਂ ਪੋਲੀਟੀਕਲ ਥੋੜਾ ਜਿਹਾ ਉਹਦੇ ਜੋ ਬੈਨੀਫਿਟ ਲੈਣ ਲਈ ਲਾਇਆ, ਤੇ ਉਹਨਾਂ ਨੇ ਕੋਈ ਬਹੁਤੀ ਸਲਾਹ ਸਲੂਹ ਕਰਕੇ ਨਹੀਂ ਲਾਇਆ। ਉਹਦੇ ਵਿੱਚ ਹੋ ਸਕਦਾ ਵੀ ਕਿਤੇ ਹਵਾਰੇ ਦੇ ਨਾਲ ਹੀ ਜਿਹੜੇ ਬੰਦੇ ਜੁੜੇ ਸੀਗੇ, ਤੇ ਇਸੇ ਕਰਕੇ ਉਸ ਨੂੰ ਜਥੇਦਾਰ ਦੇ ਲੈਵਲ ਤੇ ਪਹਿਲਾਂ ਤਾਂ ਇਹ ਆਇਆ ਵੀ ਤੁਸੀਂ ਇਹਨੂੰ ਜਥੇਦਾਰ ਮੰਨੋ ਜੀ, ਜਿਹੜਾ ਇੱਥੇ ਆਵੇ ਇਸ ਨੂੰ ਹਵਾਰੇ ਨੂੰ ਜਥੇਦਾਰ ਮੰਨ ਕੇ ਚੱਲੇ। ਇਹ ਗੱਲ ਇਹ ਵੀ ਆਈ। ਫਿਰ ਜਦੋਂ ਇਹ ਆਈ ਤਾਂ ਉਦੋਂ ਪਿੱਛੋਂ ਉਹਦਾ ਵਿਰੋਧ ਵੀ ਹੋਇਆ, ਤੇ ਜਿਹੜਾ ਭਿਓਰਾ ਤੇ ਤਾਰਾ ਦੋਨਾਂ ਵੱਲੋਂ ਇੱਕ ਤਰੀਕੇ ਨਾਲ ਵਿਰੋਧ ਹੋਇਆ। ਹੁਣ ਤੀਜੇ ਲੈਵਲ ਤੇ ਇਹਦੇ ਨਾਲ ਬਲਵੰਤ ਸਿੰਘ ਰਾਜੋਆਣ ਵੱਲੋਂ ਵੱਡਾ ਵਿਰੋਧ ਹੋਇਆ। ਇਹ ਸਾਰੀ ਗੱਲ ਦਾ ਵਿਰੋਧ ਜਿਹੜੀਆਂ ਉਹਨਾਂ ਦੀਆਂ ਜਿਹੜੇ 7 ਬੰਦੇ ਆ ਬੇਅੰਤ ਸਿੰਘ ਦੇ ਕੇਸ ਦੇ ਵਿੱਚ, ਉਹ 7 ਦਾ ਆਪਸ ਵਿੱਚ ਦੀ ਕੰਟਰਾਡਿਕਸ਼ਨ ਹੈ ਤੇ ਵਿਰੋਧ ਹੈ ਬਹੁਤ ਜ਼ਿਆਦਾ। ਜਿਹੜੇ ਪਰ ਇਹ ਮੋਰਚਾ ਲਾਉਣ ਵਾਲੇ ਜਿਹੜਾ ਇੱਥੇ ਗਰੁੱਪ ਹੈ ਲੀਡ ਕਰਦਾ ਸੀਗਾ, ਉਹ ਹਵਾਰੇ ਵੱਲੋਂ ਹੀ ਸੀ ਸਾਰਾ, ਤੇ ਉਹਦਾ ਮੂੰਹ ਬੋਲਿਆ ਬਾਪੂ ਤੇ ਉਹ ਸਾਰੇ ਬੰਦੇ, ਗੁਰਚਰਨ ਸਿੰਘ, ਉਹ ਸਾਰੇ ਇਕੱਠੇ ਹੋਏ ਸੀਗੇ। ਤੇ ਇਸ ਕਰਕੇ ਪਹਿਲੀ ਗੱਲ ਤਾਂ ਇਹ ਇੱਕ ਬਹੁਤ ਹੀ ਆਪਣੇ ਆਪ ਚ ਹਾਸੋਹੀਣੀ ਜੀ ਗੱਲ ਲੱਗਦੀ ਹੈ ਵੀ ਤੁਸੀਂ ਪੋਲੀਟੀਕਲ ਕੋਈ ਗੱਲ ਨਹੀਂ ਕਰਦੇ ਜਿਹਦੇ ਵਿੱਚ ਵੱਡੀ ਪੋਲੀਟਿਕਸ ਹੋਵੇ, ਜਿਹਦੇ ਵਿੱਚ ਇਹ ਵੀ ਛੱਡੇ ਜਾਣ ਜਾਂ ਇਹ ਉਹਦਾ ਇੱਕ ਹਿੱਸਾ ਹੋਵੇ, ਕੋਈ ਪੋਲੀਟੀਕਲ ਮੂਵਮੈਂਟ ਕੀਤੀ ਜਾਵੇ। ਇਹ ਰਿਐਕਸ਼ਨ ਹੈ, ਰਿਐਕਟਿਵ ਪੋਲਿਟਿਕਸ ਹੈ, ਤੁਹਾਡਾ ਇੱਕ ਪ੍ਰਤੀਕਰਮ ਹੈ। ਬੰਦੇ ਫੜ ਲਏ, ਹੁਣ ਉਹਨਾਂ ਨੂੰ ਛੱਡ ਦਿਓ। ਅਸੀਂ ਜੀ ਸਟੇਜਾਂ ਤੇ ਜਾ ਕੇ ਬੜਾ ਫਿਰ ਬੱਲੇ ਬੱਲੇ ਕਰਾਂਗੇ ਜੇ ਛੱਡਤਾ ਤਾਂ ਸਾਡਾ। ਇਹ ਛੱਡ ਦੇਣਾ ਤਾਂ ਮਤਲਬ ਵੀ ਇਹ ਕੈਦ ਕਿਸ ਗੱਲੋਂ ਕੀਤੇ, ਕਿਹੜੀ ਗੱਲੋਂ ਕੀਤੇ। ਜੇ ਫਰਜ਼ੀ ਕੀਤਾ ਇਹਨਾਂ ਨੇ ਕੋਈ ਕੰਮ ਕੀਤਾ ਕਿਸੇ ਵੇਲੇ ਬੇਅੰਤ ਸਿੰਘ ਦੇ ਅਸੈਸੀਨੇਸ਼ਨ ਚ ਆਏ, ਤਾਂ ਬੇਅੰਤ ਸਿੰਘ ਦਾ ਅਸੈਸੀਨੇਸ਼ਨ ਇਹਨਾਂ ਨੂੰ ਕਰਨਾ ਕਿਉਂ ਪਿਆ, ਕੀ ਕਾਰਨ ਸੀ, ਕਿਹੜੇ ਅਨਡੈਮੋਕ੍ਰੈਟਿਕ ਕਾਰਨ ਸੀ ਜਿਹੜੇ ਇਹਨਾਂ ਨੂੰ ਬਹੁਤ ਜ਼ਿਆਦਾ ਰੜਕੇ, ਜਾਂ ਕਿਸ ਕਿਸਮ ਦਾ ਉਹਦਾ ਰੂਸ, ਉਹਦੇ ਉੱਤੇ ਕੋਈ ਗੱਲਬਾਤ ਨਹੀਂ ਕਿਸੇ ਵੀ ਕਿਸਮ ਦੀ। ਉਹਦੇ ਉੱਤੇ ਉਹਨੂੰ ਸਾਰਿਆਂ ਨੂੰ ਛੱਡਤਾ। ਸਵਾਲ ਤਾਂ ਇਹ ਹੈ ਵੀ ਬੇਸਿਕ ਗੱਲ ਜਿੰਨਾ ਚਿਰ ਨਾ ਫੜੋਗੇ ਤਾਂ ਤੁਸੀਂ ਥੋੜੇ ਜਿਹਾ ਕਨਫਿਊਜ਼ਨ ਹੋਊਗਾ ਹੀ ਹੋਊਗਾ, ਰਿਐਕਸ਼ਨ ਫੜ ਲਿਆ ਇਸ ਕਰਕੇ ਇਹਨਾਂ ਨੂੰ ਬੇਸਿਕ ਗੱਲ ਹੈ ਜਿਹੜੀ ਪੰਜਾਬ ਦੇ ਵਿੱਚ ਜਿਸ ਸਥਿਤੀ ਦੇ ਵਿੱਚ ਸਾਰਾ ਕੁਝ ਹੋਇਆ ਸੀ, ਉਹ ਸਥਿਤੀ ਨੂੰ ਨਾਲ ਰੱਖਣਾ, ਡੈਮੋਕ੍ਰੇਟਿਕ ਜਮਹੂਰੀਅਤ ਲੈਵਲ ਉੱਤੇ ਜਾਂ ਜਿਸ ਕਿਸਮ ਦੇ ਫੇਕ ਐਨਕਾਊਂਟਰ ਹੋਏ ਆ, ਉਹ ਸਾਰੇ ਨੂੰ ਤੁਸੀਂ ਛੱਡ ਹੀ ਦੇਣਾ। ਉਹ ਆਪਦੇ ਸਾਰੇ ਟੋਟਲ ਨੈਰੇਟਿਵ ਦਾ ਹਿੱਸਾ ਹੀ ਨਾ ਬਣਾ ਕੇ ਰੱਖਣਾ ਤੇ ਆ ਜਾਣਾ। ਇੱਕ ਸਭ ਤੋਂ ਸੌਖਾ ਕੰਮ ਹੁੰਦਾ ਵੀ ਸਾਡੇ ਬੰਦੇ ਫੜੇ ਹੋਏ ਛੱਡ ਦਿਓ। ਇਹਦਾ ਮਤਲਬ ਹੁੰਦਾ ਵੀ ਤੁਸੀਂ ਆਪਦਾ ਮੁੱਦਾ ਜਿਹਦੇ ਤੇ ਸਾਰਾ ਕੁਝ ਹੋਇਆ ਉਹ ਛੱਡਤਾ, ਜਾਂ ਉਹਦਾ ਨੇੜੇ ਤੇੜੇ ਵੀ ਨਹੀਂ ਕੋਈ ਗੱਲਬਾਤ, ਉਹ ਤੁਹਾਡੇ ਨੇੜੇ ਵੀ ਨਹੀਂ ਲਿਆ। ਜਿਵੇਂ ਹੁਣ ਕੌਂਕੇ ਦੇ ਕੇਸ ਦੇ ਵਿੱਚ ਤਵਾੜੀ ਦੀ ਇਨਕੁਆਇਰੀ ਕਮੇਟੀ ਆ, ਉਹਦੀ ਰਿਪੋਰਟ ਵੀ ਪਈ ਆ, ਕਦੇ ਕਿਸੇ ਨੇ ਨਹੀਂ ਕਿਹਾ ਜਥੇਦਾਰ ਕੌਂਕੇ ਦੇ ਕੇਸ ਦੇ ਵਿੱਚ ਵੀ ਉਹਨੂੰ ਵੀ ਤੁਸੀਂ ਛਾਇਆ ਕਰੋ, ਲਿਆਓ ਸਾਹਮਣੇ। ਇਸੇ ਕਰਕੇ ਬੇਸਿਕ ਗੱਲ ਨੂੰ ਨਾ ਫੜ ਕੇ ਸਿੱਖ ਪੋਲਿਟਿਕਸ ਅੱਗੇ ਤੁਰ ਹੀ ਨਹੀਂ ਸਕਦੀ। ਇਹ ਤਾਂ ਆਪੋ ਆਪਣੀਆਂ ਮਿਸਲਾਂ ਜਿਹੀਆਂ ਬਣਾਉਣ ਦੀ ਗੱਲਬਾਤ ਹੋ ਰਹੀ ਆ, ਉਹ ਬਣਾਈ ਜਾਂਦੇ ਆ, ਜਿਹਦੇ ਵਿੱਚ ਸਾਹਮਣੇ ਆਉਣੀ ਸੀ। ਸਿੱਧੂ ਸਾਹਿਬ, ਦੂਜਾ ਮਾਮਲਾ ਮੈਂ ਤੁਹਾਡੇ ਤੋਂ ਸ਼ੁਰੂ ਕਰ ਲੈਣਾ। ਅੰਮ੍ਰਿਤਪਾਲ ਸਿੰਘ ਬੁੱਧ ਸਿੰਘ ਵਾਲਾ ਪਿੰਡ 'ਚ ਜਾ ਕੇ ਕੌਮੀ ਘਰ ਦੀ ਗੱਲ ਕਰ ਰਹੇ ਆ, ਖਾਲਿਸਤਾਨ ਦੀ ਗੱਲ ਕਰ ਰਹੇ ਆ। ਇਸ ਮੌਕੇ ਦੇ ਉੱਤੇ ਇੱਕ ਉਹ ਕੇਸ ਜਿਹੜਾ ਆਮ ਹੀ ਪਿੰਡਾਂ ਦੇ ਵਿੱਚ ਲੋਕਾਂ ਨਾਲ ਰੋਜ਼ ਉਹਨਾਂ ਨੂੰ ਸਿੱਝਣਾ ਪੈਂਦਾ ਉਹਨਾਂ ਹਾਲਾਤਾਂ 'ਚੋਂ, ਇੱਕ ਕੇਸ ਤੋਂ ਭੜਕਾਹਟ ਲੈ ਲਓ ਤੇ ਚੀਜ਼ਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰ ਦੇਣਾ। ਤੁਹਾਨੂੰ ਲੱਗਦਾ ਇਹ ਅੰਮ੍ਰਿਤਪਾਲ ਦਾ ਵਿਊ ਪੁਆਇੰਟ, ਇਹ ਨਜ਼ਰੀਆ? ਮੈਨੂੰ ਕੋਈ ਸਮਝ ਨਹੀਂ ਇਹਨਾਂ ਚੀਜ਼ਾਂ ਬਾਰੇ, ਮੈਂ ਸਮਝਣ ਦੀ ਜਿਗਿਆਸਾ ਦੇ ਰੂਪ 'ਚ ਤੁਹਾਡੇ ਇੱਕ ਰਾਊਂਡ ਲੈ ਕੇ ਆ ਰਿਹਾ ਇਹ ਸਾਰੇ ਦਾ ਸਾਰਾ, ਕਿ ਅੰਮ੍ਰਿਤਪਾਲ ਦਾ ਜਿਹੜਾ ਬਿਆਨੀਆ ਹੈ ਕੱਲ ਦਾ, ਇਹਨੂੰ ਕਿਵੇਂ ਦੇਖੀਏ? ਇਹਨੂੰ ਆਪਣੇ ਪੰਜਾਬ ਦੇ ਨਜ਼ਰੀਏ ਤੋਂ, ਸਿੱਖ ਕੌਮ ਦੀ ਹੋਣੀ ਦੇ ਨਜ਼ਰੀਏ ਤੋਂ, ਇਤਿਹਾਸਕ ਔਰ ਪਿਛਲੇ 3 ਦਹਾਕਿਆਂ ਦੇ 4 ਦਹਾਕਿਆਂ ਦੇ ਵਰਤਾਰਿਆਂ ਦੇ ਨਜ਼ਰੀਏ ਤੋਂ ਇਹਨੂੰ ਕਿਵੇਂ ਸਮਝੀਏ? ਇਸ ਵੇਲੇ ਅਸੀਂ ਇਸ ਸਥਿਤੀ 'ਚ ਹੈ ਕਿ ਇਹ ਢੁਕਵਾਂ ਮੌਕਾ ਜੋ ਗੱਲ ਹੋ ਰਹੀ ਹੈ, ਇਹ ਗੱਲ ਹੋਣੀ ਬਣਦੀ ਹੈ। ਇਸ ਗੱਲ ਦੀ ਕੋਈ ਸਾਰਥਿਕਤਾ ਹੈ, ਇਸ ਗੱਲ ਦੇ ਕੋਈ ਨਤੀਜੇ ਨੇ, ਇਸ ਗੱਲ ਨਾਲ ਕਿੰਨੇ ਕੁ ਪ੍ਰਤੀਸ਼ਤ ਲੋਕ ਮਾਨਸਿਕ ਤੌਰ ਤੇ ਤਿਆਰ ਨੇ? ਦੇਖੋ, ਸਵਾਲ ਹੈ ਵੀ ਪੋਲਿਟਿਕਸ ਕਿਹੜੀ ਲਿਆ ਰਿਹਾ। ਜੇ ਤੁਸੀਂ ਪਹਿਲਾਂ ਹੀ ਅਖੀਰਲੀ ਗੱਲ ਜਾ ਕੇ ਰੱਖ ਲਓਗੇ, ਜਿਵੇਂ ਲੈਫਟ ਦੇ ਵਿੱਚ ਇਨਕਲਾਬ ਦੀ ਸਿਰੇ ਵਾਲੀ ਗੱਲ ਹੁੰਦੀ ਆ ਸਾਰੀ, ਉਦੋਂ ਪਹਿਲਾਂ ਦੀਆਂ ਤਿਆਰੀਆਂ ਪਤਾ ਨਹੀਂ 20 ਸਾਲ ਲੱਗ ਜਾਣ, 50 ਸਾਲ ਲੱਗ ਜਾਣ, ਲੱਗੇ ਵੀ ਆ ਸਾਰੇ ਦੌਰ ਦੇ ਵਿੱਚ। ਇਹ ਤੁਸੀਂ ਸਾਰੀ ਗੱਲ ਮੂਹਰੇ ਰੱਖ ਕੇ ਤੁਰੋਗੇ, ਉਹਦੇ ਲਈ ਤੁਸੀਂ ਕੋਈ ਤਿਆਰੀ ਨਹੀਂ, ਕੋਈ ਪੋਲਿਟਿਕਸ ਨਹੀਂ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਵੀ ਤੁਸੀਂ ਆਪਣਾ ਏਮ ਤੇ ਗੋਲ ਰੱਖ ਕੇ ਚੱਲ ਪਓ, ਪਰ ਉਹਦੇ ਲਈ ਕੋਈ ਪੋਲਿਟਿਕਸ ਤਾਂ ਹੋਵੇ। ਸਿੱਖਾਂ ਦੀ ਜੇ ਅਸੀਂ ਕਹਿੰਦੇ ਵੀ ਗੁਲਾਮ ਹੈ, ਅੰਮ੍ਰਿਤਪਾਲ ਵਾਰ-ਵਾਰ ਕਹਿੰਦਾ ਸਿੱਖ ਗੁਲਾਮ ਆਜ਼ਾਦ ਹੋਣਾ,
ਤਾਂ ਅਗਲਿਆਂ ਨੇ ਆਜ਼ਾਦੀ ਦੀ ਗੱਲ ਪਿੱਛੇ ਦੌਰ ਦੇ ਵਿੱਚ ਹੋਈ ਹੈ, ਕੀਤੀ ਹੈ, ਉਹਦੇ ਲਈ ਕੁਰਬਾਨੀਆਂ ਦਿੱਤੀਆਂ ਸਾਰੀਆਂ। ਇਸ ਕਰਕੇ ਇਹ ਜਿਹੜਾ ਸਾਹਮਣੇ ਲਿਆ ਕੇ ਜਦੋਂ ਲਿਆ ਕੇ ਤੁਸੀਂ ਸਿੱਖੀ ਦੇ ਵਿੱਚ ਲਿਆ ਕੇ ਇਹੀ ਗੱਲ ਸਿੱਧੀ ਕਰਤੀ, ਅਸੀਂ ਗੁਲਾਮ ਹੈ ਤੇ ਆਜ਼ਾਦ ਹੋਣਾ, ਕਿਵੇਂ ਹੋਣਾ, ਕੀ ਕਿਸ ਕਿਸਮ ਦੀ ਸਟੇਟ ਹੈ। ਕੱਲੀ ਇਹ ਸਾਰੀਆਂ ਗੱਲਾਂ ਕਿਸੇ ਵੀ ਲੈਵਲ ਉੱਤੇ ਡਿਸਕਸ਼ਨ ਨਹੀਂ ਹੋਈਆਂ, ਤੇ ਲੋਕਾਂ ਨੂੰ ਨਾਲ ਲੈਣਾ ਹੁੰਦਾ। ਤੁਸੀਂ ਇਕੱਲੇ ਲੈਵਲ ਤੇ ਕਿਵੇਂ ਚੱਲੋਗੇ? ਆਪਣੇ ਲੈਵਲ ਉੱਤੇ, ਇੰਡੀਵਿਜੂਅਲ ਲੈਵਲ ਉੱਤੇ ਸਾਰੇ ਅਨਾਉਂਸਮੈਂਟਾਂ ਕਰੀ ਜਾਣੀਆਂ, ਤੇ ਲੋਕਾਂ ਦੀ ਗੱਲ ਕੀ ਕਰਨੀ, ਲੋਕ ਜੁੜਨ ਦੀ ਬਜਾਏ ਤੋੜੀ ਜਾਣੇ, ਜਾਂ ਛੋਟੇ ਛੋਟੇ ਮਸਲੇ ਆ, ਕੇਸ ਦਰਜ ਹੋ ਗਿਆ ਉਸੇ 'ਚ ਫਸ ਜਾਣਾ, ਉਸੇ 'ਚ ਭੜਕਾਟ ਲੈ ਆਉਣੀ। ਇਹ ਗੱਲਾਂ ਕੋਈ ਸਿਆਸੀ ਮੈਚੋਰਿਟੀ ਵਾਲੀ ਤਾਂ ਗੱਲ ਛੱਡੋ, ਸਿਆਸਤ ਵੀ ਨਹੀਂ ਹੈ ਆਪਣੇ ਆਪ ਵਿੱਚ। ਮੈਂ ਮੁੜਦਾ ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਇਸ ਮਾਮਲੇ ਨੂੰ ਜ਼ਬਾਨ ਦਿਓ ਜ਼ਰਾ, ਕਿਉਂਕਿ ਬੜਾ ਸੰਵੇਦਨਸ਼ੀਲ ਮਾਮਲਾ ਹੈ। ਇਤਿਹਾਸਕ ਹਵਾਲਿਆਂ ਦੇ ਨਜ਼ਰੀਏ ਤੋਂ, ਪਰਿਸਥਿਤੀਆਂ ਜਿਹੜੀਆਂ ਅਜੋਕੀਆਂ ਨੇ ਉਹਨਾਂ ਦੇ ਨਜ਼ਰੀਏ ਤੋਂ, ਹਕੂਮਤ ਜਿਹੜਾ ਜ਼ਿਕਰ ਬਾਰ-ਬਾਰ ਹੁੰਦਾ, ਮੈਂ ਉਹਨੂੰ ਸਟੇਟ ਕਹੂੰਗਾ, ਸਟੇਟ ਦੇ ਨਜ਼ਰੀਏ ਤੋਂ, ਇਹ ਸਾਰੀਆਂ ਚੀਜ਼ਾਂ ਦੇ ਪ੍ਰਸੰਗ ਵਿੱਚ ਇਸ ਗੱਲ ਦੀ ਸਾਰਥਕਤਾ। ਇਹਨਾਂ ਨੇ ਕੱਲ ਕੇ ਪਰਸੋਂ ਇੱਕ ਬਿਆਨ ਦਿੱਤਾ ਸੀ ਜਦੋਂ ਕੇਸ ਦਰਜ ਹੋਇਆ, ਤੇ ਇਹਨਾਂ ਦਾ ਸ਼ਾਇਦ ਕੋਈ ਬੰਦੇ ਫੜੇ ਗਏ, 1-2 ਅਜਨਾਲੇ ਵਾਲਾ ਕੇਸ। ਕਹਿੰਦੇ ਵੀ ਭਾਈਦਿਆਂ ਨੂੰ ਵਾਣ ਤਾਂ ਬਰਾਬਰ ਹੁੰਦੇ ਆ। ਇਹ ਮੇਰੇ ਖਿਆਲ ਦੇ ਵਿੱਚ ਬਹੁਤ ਹੀ ਇੱਕ ਬਚਕਾਨਾ ਸਟੇਟਮੈਂਟ ਹੈ ਵੀ ਤੁਸੀਂ ਮੁਕਾਬਲਾ ਸਟੇਟ ਦਾ ਕੀ ਕਰੋਗੇ, ਕਿ ਇਹਨੂੰ ਕਹਿ ਰਹੇ ਹੋ ਕਿ ਭਾਈਦਿਆਂ ਨੂੰ ਵਾਣ ਬਰਾਬਰ ਹੈ। ਭੁੱਲ ਗਏ ਵੀ ਜੂਨ 1984 ਦੇ ਵਿੱਚ ਕੀ ਹੋਇਆ ਸੀ। ਸੰਤ ਜਰਨੈਲ ਸਿੰਘ ਨੇ ਵੀ ਕਿਹਾ ਸੀ ਵੀ ਪਹਿਲੇ ਪੂਰ ਦੇ ਵਿੱਚ ਲੱਖ ਬੰਦਾ ਇੱਥੇ ਢੇਰੀ ਕਰ ਦਿਆਂਗੇ, ਤੇ ਉਸ ਤੋਂ ਬਾਅਦ ਹੋਇਆ ਕੀ ਸੀਗਾ। ਇਤਿਹਾਸ ਤੋਂ ਸਬਕ ਸਿੱਖਣ ਦੀ ਥਾਂ ਤੇ ਇੱਕ ਇਹੋ ਜਿਹੀ ਭੜਕਾਊ ਗੱਲਾਂ ਕਰਨੀਆਂ, ਤੁਸੀਂ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਆ। ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ। 15 ਸਾਲ ਇੱਕ ਸੰਘਰਸ਼ ਪੰਜਾਬ ਦੇ ਵਿੱਚ ਚੱਲਿਆ ਹੈ, ਔਰ ਸੰਤ ਜਰਨੈਲ ਸਿੰਘ ਐਵੇਂ ਸਡਨਲੀ ਉੱਭਰ ਕੇ ਨਹੀਂ ਸੀ ਆਏ। ਉਸ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਹੋਰਾਂ ਨੇ ਬੜਾ ਲੰਬਾ ਸਮਾਂ ਸਿੱਖਾਂ ਨੂੰ ਮੋਬਿਲਾਈਜ਼ ਕੀਤਾ ਸੀ। ਜਿਹੜੀ ਉਹਨਾਂ ਨੇ ਬੇਸ ਬਣਾਈ ਸੀ, ਉਹ ਸਪੋਰਟ ਸੰਤ ਜਰਨੈਲ ਸਿੰਘ ਨੂੰ ਵਿਰਸੇ 'ਚ ਬੜੀ ਸੀ। ਤੇ ਇਸ ਬੰਦੇ ਕੋਲ ਤਾਂ ਹੈ ਹੀ ਕੋਈ ਨਹੀਂ। ਇਹ ਸਡਨਲੀ ਬਾਹਰੋਂ ਆ ਕੇ ਕਹਿੰਦੇ ਵੀ ਸਿੱਖ ਤਾਂ ਗੁਲਾਮ ਹੈਗੇ ਹੈ। ਬਈ ਤੁਹਾਡੇ ਕਹਿਣ ਨਾਲ ਸਿੱਖ ਗੁਲਾਮ ਹੋ ਗਏ, ਤੇ ਸਡਨਲੀ ਤੁਹਾਨੂੰ ਰਿਲਾਈਜ਼ ਹੋਇਆ ਵੀ ਸਿੱਖ ਗੁਲਾਮ ਹੈ, ਮੈਂ ਜਾ ਕੇ ਆਜ਼ਾਦ ਕਰਾਵਾਂ। ਜੇ ਆਜ਼ਾਦ ਕਰਾਉਣੇ ਆ, ਚਲੋ ਵਧੀਆ ਗੱਲ ਹੈ, ਆਪਾਂ ਮੰਨ ਲੈਂਦੇ ਵੀ ਸਿੱਖ ਗੁਲਾਮ ਹੈਗੇ ਹੈ। ਤੁਸੀਂ ਦੱਸੋ ਵੀ ਤੁਸੀਂ ਆਜ਼ਾਦ ਕਰਾਉਣੇ ਕਿਵੇਂ? ਕੀ ਤੁਸੀਂ ਇਹੋ ਜਿਹੀਆਂ ਭੜਕਾਊ ਗੱਲਾਂ ਕਰਕੇ ਕਰਨੇ ਆ ਆਜ਼ਾਦ, ਜਾਂ ਕਿਵੇਂ ਕਰਨੇ ਆ? ਇਹ ਸਾਰਾ ਕੁਝ ਪਹਿਲਾਂ ਬਹੁਤ ਕੁਝ ਵਾਪਰ ਚੁੱਕਿਆ ਹੈ। ਸੰਤ ਜਰਨੈਲ ਸਿੰਘ ਨੇ ਕਦੇ ਇਸ ਤਰੀਕੇ ਦਾ, ਇਸ ਤਰ੍ਹਾਂ ਭੜਕਾਊ ਗੱਲ ਨਹੀਂ ਸੀ ਕਦੇ ਕੀਤੀ, ਜਾਂ ਕੋਈ ਬੇਸਲੈਸ ਗੱਲ ਨਹੀਂ ਸੀ ਕੀਤੀ। ਉਹਨਾਂ ਦਾ ਇੱਕ ਲੌਜਿਕ ਹੁੰਦਾ ਸੀ, ਉਹਦੇ ਨਾਲ ਕੋਈ ਐਗਰੀ ਕਰੇ ਜਾਂ ਨਾ ਕਰੇ। ਇੱਥੇ ਦੀ ਗੱਲ ਜਿਹੜੀ ਹੋ ਰਹੀ ਹੈ ਉਹ ਸਾਰੇ ਇਲੌਜੀਕਲ ਹੋ ਰਹੀ ਹੈ। ਸਰਦਾਰ ਹਮੀਰ ਸਿੰਘ ਜੀ, ਇਹ ਤੁਸੀਂ ਸਾਰੇ ਇਹ ਜਿੰਨੇ ਵੀ ਸੀਨ ਨੂੰ, ਦ੍ਰਿਸ਼ ਨੂੰ ਕਿਵੇਂ ਦੇਖਿਆ, ਸਮਝਿਆ? ਅਸਲ ਦੇ ਵਿੱਚ ਤਾਂ ਜਦੋਂ ਵੀ ਕਦੇ ਕਈ ਘਟਨਾਵਾਂ ਵਾਪਰਦੀਆਂ, ਪਹਿਲੀ ਘਟਨਾ ਨਹੀਂ ਹੈ। ਔਰ ਜਦੋਂ ਇੱਕ ਬੰਦਾ ਫੜਿਆ ਜਾਂਦਾ ਆਰਮਜ਼ ਐਕਟ ਦੇ ਵਿੱਚ, ਹਾਲਾਂਕਿ ਉਹ ਜਾਨੀ ਕਿਸੇ ਨਾਂ ਦਾ ਨਾਮਾ ਰਾਸੀ ਸੀ, ਤੇ ਵੈਸੇ ਤੁਸੀਂ ਇੱਕ ਸਟੇਜ ਤੇ ਗੱਲ ਕਰਦੇ ਹੋ, ਇੱਥੇ ਆ ਕੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਹੈ, ਤੇ ਕੀ ਕਰੋਗੇ? 4 ਛੁਡਾ ਲਓਗੇ, 300 ਫੜਾ ਲਓਗੇ, ਫਰਕ ਪਊਗਾ। ਤੇ ਆਪਦੇ ਵਾਲੇ ਲਈ ਤੁਸੀਂ ਬਿਮਾਰ ਹੋ, ਛੁੱਟੀ ਲੈ ਕੇ ਆਏ ਹੋ, ਉਸ ਤੋਂ ਬੈਠ ਕੇ ਵੀ ਮੈਂ ਬਾਅਦ ਚ ਜਾਊਂਗਾ, ਤੇ ਅਗਲੇ ਦਿਨ ਥਾਣੇ ਚਲੇ ਜਾਂਦੇ ਹੋ। ਕੇਵਲ ਇੰਨੀ ਕੁ ਗੱਲ ਤੇ ਕੀ ਫਰਕ ਪੈ ਗਿਆ? ਇੱਕ ਵਾਰ ਪੁਲਿਸ ਲੈ ਗਈ, ਲੈ ਕੇ ਉਹਦੀ ਜ਼ਮਾਨਤ ਹੋ ਜਾਏਗੀ ਜਾਂ ਅੰਦਰ ਚਲਾ ਜਾਏਗਾ, ਇਹਦੀ ਕੋਈ ਬਹੁਤ ਬੜੀਆ ਗੱਲ। ਇਹ ਇਸੇ ਤਰ੍ਹਾਂ ਹੁਣ ਹੋਇਆ। ਔਰ ਵੀ ਇੱਕ ਬੰਦਾ ਤੁਹਾਡੇ ਖਿਲਾਫ ਬੋਲੀ ਗਿਆ, ਤੁਹਾਡੇ ਨਾਲ ਸੀ, ਉਹ ਆਪ ਕਹਿ ਰਹੇ ਨੇ ਕਿ ਸਾਡੇ ਖਿਲਾਫ ਪਹਿਲਾਂ ਸਾਡੇ ਨਾਲ ਸੀ ਤੇ ਹੁਣ ਐ ਬੋਲੀ ਗਿਆ। ਫਿਰ ਕਿਸੇ ਨੇ ਇਹ ਕਰਤਾ, ਮੇਰਾ ਰੋਲ ਨਹੀਂ ਹੈ ਤੇ ਮੇਰੇ ਬੰਦਿਆਂ ਦਾ ਨਹੀਂ ਹੈ, ਤੇ ਕੁੱਟ ਵੀ ਦਿੱਤਾ। ਇੰਨੇ ਬੰਦੇ ਜੇ 34 ਕੁੱਟਦੇ ਤਾਂ ਕਹਿੰਦੇ ਤੁਰਿਆ ਫਿਰਦਾ ਥੋੜੀ ਰਹਿੰਦਾ, ਬੋਲਣ ਜੋਗਾ ਥੋੜੀ ਰਹਿੰਦਾ। ਇਹਦਾ ਮਤਲਬ ਇੱਕ ਇਹ ਗੱਲ ਹੈ। ਉਹਨੂੰ ਕਾਊਂਟਰ ਕਰਨ ਦੇ ਲਈ ਜਦੋਂ ਇੱਕ ਹੋਰ ਬੰਦਾ ਖੜਾ ਹੁੰਦਾ, ਬੰਦਾ ਵੀ ਨਾਰਮਲੀ ਖੜਾ ਹੁੰਦਾ, ਜਿਹੜਾ ਉਹਦੇ ਵਾਂਗ ਹੀ ਇੱਕ ਪੂਰਾ ਮਤਲਬ ਸਾਬਤ ਸੂਰਤ ਸਿੱਖ ਹੈ, ਬਾਣੇ ਵਾਲਾ, ਉਹ ਹੈ ਭਾਈ ਅਮਰੀਕ ਸਿੰਘ ਅਜਨਾਲਾ। ਉਹ ਕਹਿੰਦਾ ਉਹ ਬੰਦਾ ਤਾਂ ਕੁੱਟਿਆ, ਮੇਰੇ ਇੱਥੇ ਆਇਆ ਹੋਇਆ ਸੀ, ਸਾਡੇ ਇੱਥੇ ਰਹਿ ਰਿਹਾ ਸੀ, ਉਹਦੇ ਚ ਤੁਸੀਂ ਮੇਰੇ ਨਾਲ ਹੀ ਗੱਲ ਕਰਦੇ, ਬੈਠ ਕੇ ਇੱਕ ਤਰੀਕੇ ਨਾਲ ਕਰਦੇ, ਉਸ ਤਰੀਕੇ ਦਾ। ਫਿਰ ਉਹਨੂੰ ਐਡਾ ਵੱਡਾ ਬਣਾ ਦੋ ਇੱਕ 751 ਦੀ ਰਿਪੋਰਟ ਨੂੰ ਨਾ, ਜਿਵੇਂ ਬਹੁਤ ਵੱਡਾ ਹਮਲਾ ਹੋ ਗਿਆ, ਪਤਾ ਨਹੀਂ ਰਾਤ ਨੂੰ ਗੋਲੀਆਂ ਹੀ ਚੱਲ ਗਈਆਂ, ਕਿਸੇ ਨੇ ਮਾਰ ਹੀ ਦੇਣਾ ਸੀ, ਐਵੇਂ ਬਚ ਗਏ ਆ। ਤੇ ਇਹ ਓਵਰ ਰਿਐਕਸ਼ਨ ਹੁੰਦਾ ਤਾਂ ਮੇਰਾ ਤਾਂ ਖਿਆਲ ਹੈ। ਤੇ ਜਿਹੜੇ ਬੰਦੇ ਐਕਚੁਅਲੀ ਦਲੇਰੀ ਕਰਦੇ ਨੇ ਸਮਾਜ ਦੇ ਵਿੱਚ, ਜਿਹੜੇ ਬੰਦੇ ਐਕਚੁਅਲੀ ਖੜਦੇ ਨੇ, ਚੀਜ਼ਾਂ ਨੂੰ ਦੇਖਦੇ ਨੇ, ਪਹਿਲਾਂ ਤਾਂ ਤੋਲਦੇ ਨੇ, ਸੋਚਦੇ ਨੇ, ਫਿਰ ਉਹ ਤੇ ਨਾਰਮਲ ਰਿਐਕਟ ਕਰਦੇ ਨੇ। ਮੇਰਾ ਤਾਂ ਖਿਆਲ ਹੈ ਜੇਕਰ ਐਡਾ ਵੱਡਾ ਜਥਾ ਹੈ ਤੇ ਐਡਾ ਵੱਡਾ ਕਾਜ ਕਰਨ ਆਇਆ ਕੋਈ ਬੰਦਾ, ਉਹਦੇ ਕੋਲ ਤਾਂ ਇੱਕ ਅੱਧਾ ਹੋਰ ਕਹਿਣ ਨੂੰ ਚਾਹੀਦਾ ਬੰਦਾ, ਆਪਦੇ ਤੋਂ ਬਿਨਾਂ 2-4 ਬੰਦੇ ਡਿਵੈਲਪ ਕਰਨੇ ਹੁੰਦੇ ਨੇ ਜਿਹੜੇ ਨਾਲ ਕਹਿਣ ਨਾਲ ਜੁਗੇ ਹੋਣ,
ਕਿ ਇਹ ਵੱਡੀਆਂ ਗੱਲਾਂ ਨਹੀਂ ਆ, ਭਾਈ ਸਾਹਿਬ ਇੰਨੇ ਕਿਤੇ ਬਿਆਨ ਨਹੀਂ ਦਿੰਦੇ, ਇਹ ਬੜੀਆਂ ਛੋਟੀਆਂ ਨੇ, ਅਸੀਂ ਆਪੇ ਨਜਿੱਠ ਲਾਂਗੇ। ਕੋਈ ਅਜੇ ਤਾਂ ਉਹ ਚੀਜ਼ਾਂ ਵੀ ਨਹੀਂ ਮਤਲਬ ਕਿਤੇ ਦਿਖਾਈ ਦਿੰਦੀਆਂ, ਟੀਮ ਤਾਂ ਦਿਖਾਈ ਨਹੀਂ ਦੇ ਰਹੀ। ਇੱਕ ਬੰਦਾ ਹੈ, ਉਹਨੂੰ ਸੈਂਟਰ ਕਰਨ ਦੇ ਲਈ ਬੰਦੇ ਨੇ ਦੂਜੇ ਜਿਹੜੇ ਖੜੇ ਨੇ ਐਜ ਏ ਬਾਡੀਗਾਰਡ ਦੇ ਤੌਰ ਤੇ ਜਾਂ ਉਹ ਕਰਨ ਦੇ ਵਾਸਤੇ, ਤਾਂ ਟੀਮ ਤੋਂ ਬਿਨਾਂ ਕੌਣ ਖੇਡ ਸਕਦਾ ਕਦੇ। ਜੇ ਇਵਨ ਸੰਤ ਭਿੰਡਰਾਂਵਾਲੇ ਬਾਰੇ ਵੀ ਉਦੋਂ ਕਿੰਨੇ ਬੰਦਿਆਂ ਦੇ ਨਾਮ ਸੀਗੇ, ਲੋਕ ਲੈ ਰਹੇ ਸੀ ਮੌਕੇ ਤੇ। ਭਾਈ ਅਮਰੀਕ ਸਿੰਘ ਤਾਂ ਬਰਾਬਰੀ ਤੇ ਐਨ ਇੱਕ ਸਲਾਹ ਮਸ਼ਵਰੇ ਤੋਂ ਲੈ ਕੇ ਸਾਰਿਆਂ ਦੇ ਵਿੱਚ ਇਨਵੋਲਵ ਸੀ, ਹੋਰ ਬੜੇ ਬੰਦੇ ਸੀ। ਜਦੋਂ ਤੁਸੀਂ ਇੱਕ ਫਿਲਾਸਫੀ ਦੀ ਗੱਲ ਕਰਦੇ ਹੋ, ਆਈਡੀਓਲੋਜੀ ਦੀ ਗੱਲ ਕਰਦੇ ਹੋ, ਉਦੋਂ ਹੋਰ ਤਰ੍ਹਾਂ ਕਰਦੇ ਹੋ। ਤਾਂ ਫਿਰ ਹਰ ਬੰਦੇ ਨੂੰ ਐਂ ਲੱਗਦਾ ਹੋਊਗਾ ਰੋਜ਼ ਜਿਹਦੇ ਨਾਲ ਵਾਪਰਦੀ ਆ ਥਾਣੇ 'ਚ, ਉਹਨਾਂ ਦੇ ਜਵਾਕਾਂ ਲਈ ਥਾਣੇ ਕਦੋਂ ਗਏ ਹੋ? ਔਰ ਉਹਦੇ ਲਈ ਵੀ ਤਾਂ ਫਿਰ ਕੋਈ ਮੋਰਚਾ ਲਾਓ, ਉਹਨਾਂ ਵਾਸਤੇ ਵੀ ਜਾਓ ਜਿਨ੍ਹਾਂ ਨਾਲ ਰੋਜ਼ ਨਜਾਇਜ਼ ਹੋ ਰਹੀ ਹੈ ਜਾ ਕੇ। ਔਰ ਜਿੱਥੇ ਰੇਪ ਤੋਂ ਲੈ ਕੇ ਵੱਖ-ਵੱਖ ਘਟਨਾਵਾਂ 'ਚ ਲੋਕ ਉਹ ਕਰ ਰਹੇ ਨੇ, ਉੱਥੇ ਤਾਂ ਅਸੀਂ ਬੋਲਦੇ ਤੱਕ ਨਹੀਂ। ਅਸੀਂ BBC ਦੀ ਡਾਕੂਮੈਂਟਰੀ ਤੇ ਕਿਉਂ ਨਹੀਂ ਬੋਲ ਰਹੇ? ਅਸੀਂ ਡਿਫਰੈਂਟ ਟਾਈਪ ਦੇ, ਜੇ ਈਵਨ ਅਡਾਨੀ ਨੇ ਸਾਰੇ ਦੇਸ਼ ਦਾ ਭੱਠਾ ਬਿਠਾਉਣ ਵਾਲਾ ਕੰਮ ਕਰ ਲਿਆ, ਕਿਉਂ ਨਹੀਂ ਬੋਲ ਰਹੇ? ਇਹ ਸਿਸਟਮ ਗਵਰਨਮੈਂਟ ਆਫ ਇੰਡੀਆ ਜਿਹੜੀ ਅਪਰੋਚ ਲੈ ਕੇ ਆ ਰਹੀ ਹੈ ਉਸ ਲੈਵਲ ਦੀ, ਮੀਡੀਆ ਕੈਪਚਰਿੰਗ ਦੀ, ਗੋਦੀ ਮੀਡੀਆ ਦੀ, ਡਿਫਰੈਂਟ ਟਾਈਪ ਦੀ, ਅਸੀਂ ਉਹ ਵੱਡੇ ਬੰਦੇ ਜਿਹੜੇ ਸਰਬੱਤ ਦਾ ਭਲਾ, ਗੁਰੂ ਨਾਨਕ ਦੀ ਫਿਲਾਸਫੀ, ਬ੍ਰਹਿਮੰਡ ਕਿਵੇਂ ਚੱਲਦਾ, ਦੁਨੀਆ ਕਿਵੇਂ ਚੱਲਦੀ ਹੈ, ਉਹਨੂੰ ਰਿਪਰੈਜ਼ੈਂਟ ਕਰਨ ਆਏ ਆ। ਉੱਥੇ ਸਾਡਾ ਕੋਈ ਦਲੀਲ ਹੀ ਨਹੀਂ, ਸਾਡਾ ਕੋਈ ਅਪੀਲ ਨਹੀਂ, ਕੋਈ ਗੱਲ ਹੀ ਨਹੀਂ ਹੈ ਅਸੀਂ ਕਰ ਰਹੇ। ਅਸੀਂ ਓਡੀ ਛੋਟੀ ਗੱਲ ਦੇ ਵਿੱਚ ਜੇਕਰ ਕਰਾਂਗੇ ਤਾਂ ਵੱਡੇ ਦਾਈਏ ਨਹੀਂ ਬਣ ਸਕਦੇ ਹੁੰਦੇ ਤੁਸੀਂ। ਫਿਰ ਓਡਾ ਠੀਕ ਹੈ, ਹਰੇਕ ਦਾ ਇੱਕ ਰੋਲ ਹੁੰਦਾ, ਉਹਨਾਂ ਰੋਲ ਤੁਸੀਂ ਨਿਭਾਉਂਦੇ ਰਹੋ ਜਿੰਨਾ ਤੁਹਾਡਾ ਹੈ। ਇਹ ਵੀ ਸਵਾਲ ਹੈ ਸਰਦਾਰ ਹਮੀਰ ਸਿੰਘ ਜੀ, ਮੈਂ ਸਰਦਾਰ ਜਗਤਾਰ ਸਿੰਘ ਹੋਣਾ ਵੱਲ ਜਾਣਨਾ ਹੈ ਕਿ ਜਦੋਂ ਪੂਰਾ ਖੜਾ ਹੋਵੇ, ਇੱਕ ਪੋਲੀਟੀਕਲ ਵੈਕਿਊਮ ਹੋਵੇ, ਇੱਕ ਸਪੇਸ ਪਈ ਹੋਵੇ ਤੇ ਆਪਾਂ ਉਸ ਸਪੇਸ ਨੂੰ ਗ੍ਰਹਿਣ ਕਰਨਾ ਚਾਹੁੰਦੇ ਹੋਈਏ, ਕਿਹਨੂੰ ਬੁਰਾ ਲੱਗਦਾ ਹੈ ਜਦੋਂ ਲੀਡਰਸ਼ਿਪ ਵਿਹੂਣੀ ਕੌਮ ਹੈ ਤੇ ਕੋਈ ਬੜਾ ਸਿਆਣਾ ਬੰਦਾ ਹੋਣਾ ਚਾਹੀਦਾ। ਅੰਮ੍ਰਿਤਪਾਲ ਦੀਆਂ ਗੱਲਾਂ 'ਚ ਬੜਾ ਦਮ ਹੈ, ਭਾਵੇਂ ਉਹਦੇ ਕੋਲ ਅਨੁਭਵ ਦੀ ਬੜੀ ਕਮੀ ਵੀ ਦਿਸਦੀ ਆ, ਆਪਾਂ ਵਿਰੋਧੀ ਗੱਲਾਂ ਵੀ ਹੋ ਜਾਂਦੀਆਂ, ਇਹਨੂੰ ਆਲੋਚਨਾ ਵੀ ਸਮਝਿਆ ਜਾਊਗਾ, ਪਰ ਇਹ ਆਲੋਚਨਾ ਹੈ ਨਹੀਂ। ਦਰਅਸਲ ਕੌਮ ਕਿਸੇ ਬਿਹਤਰ ਗਵਾਹੀ ਦੀ ਜ਼ਰੂਰਤ ਵੀ ਮਹਿਸੂਸ ਕਰਦੀ ਆ, ਖੜਨ ਵਾਲੇ ਬੰਦਿਆਂ ਦੀ ਲੋੜ ਮਹਿਸੂਸ ਕਰਦੀ ਆ ਜਿਹੜੇ ਸਟੈਂਡ ਤੇ ਖੜੇ ਰਹਿਣ, ਜੇ ਕਿਤੇ ਮੋਰਚਾ ਲਾਉਣ। ਮੋਰਚੇ ਦੀ ਭਾਵਨਾ ਵਿਸ਼ਾਲ ਕੈਨਵਸ ਦੇ ਉੱਤੇ ਵੱਡੀ ਸੋਚ ਵਾਲੀ ਹੋਣੀ ਚਾਹੀਦੀ ਹੈ, ਜਾਂ ਕੋਈ ਵੀ ਗੱਲ। ਸੋ ਅੰਮ੍ਰਿਤਪਾਲ ਦੀ ਅਪਰੋਚ ਨੂੰ ਲੈ ਕੇ ਜਾਂ ਸੀਮਤ ਹੋ ਜਾਣ ਨੂੰ ਲੈ ਕੇ ਇਸ ਵੇਲੇ ਕਈ ਵਾਰੀ ਮਾਹੌਲ ਉਂਝਦਾ ਵੀ ਨਹੀਂ ਹੁੰਦਾ। ਸਰਦਾਰ ਜਗਤਾਰ ਸਿੰਘ ਜੀ, ਬਾਦਲ ਸਾਹਿਬ ਜਦੋਂ ਦਸਤਖਤ ਕਰ ਰਹੇ ਸੀ, ਤੁਸੀਂ ਜਿਹੜੇ 2-3 ਸਵਾਲ ਪੈਂਦਿਆਂ ਹੀ ਉਠਾਏ ਨੇ, ਕਿਉਂਕਿ ਇਹ ਇਤਿਹਾਸਕ ਹਵਾਲਿਆਂ ਦੇ ਪ੍ਰਸੰਗ ਵਿੱਚ ਵੀ ਰੱਖ ਕੇ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਮੈਂ ਗੱਲ ਪੈਂਦੀ ਕੀਤੀ ਸੀ, ਮੈਂ ਵਾਪਸ ਉੱਥੇ ਆਉਣਾ ਹੈ। ਤੁਸੀਂ ਗੱਲ ਰੈਡੀਕਲ ਦੀ ਤੇ ਧਰਮ ਸਿਆਸਤ ਦੀ ਕੀਤੀ ਹੈ, ਮੈਂ ਇਕੱਠੇ ਕਰ ਦੇਣਾ ਦੋਵਾਂ ਨੂੰ। ਅਪ੍ਰੈਲ 1992 ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਮੈਮੋਰੈਂਡਮ ਤੇ ਸਾਈਨ ਕੀਤੇ ਸੀ, ਜਿਹੜਾ UN ਨੂੰ ਸਬਮਿਟ ਕੀਤਾ ਗਿਆ ਸੀਗਾ। ਉਹਦੇ ਵਿੱਚ ਖਾਲਿਸਤਾਨ ਦੀ ਮੰਗ ਕੀਤੀ ਗਈ ਸੀ। ਉਹ ਤੇ ਸਾਈਨ ਕਰਨ ਵਾਲਿਆਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌੜਾ, ਸਿਮਰਨਜੀਤ ਸਿੰਘ ਮਾਨ ਤਿੰਨੇ ਹੀ ਸੀ। ਤੇ ਉਸ ਵੇਲੇ ਬਾਦਲ ਸਾਹਿਬ ਨੇ ਰੈਡੀਕਲ ਦੀ ਅਗਵਾਈ ਕਬੂਲ ਕਰ ਲਈ ਸੀ। ਇੱਕ ਪੀਰੀਅਡ ਆਉਂਦਾ ਹੈ 91 ਤੋਂ ਬਾਅਦ ਜਿੱਥੇ ਇਹਨਾਂ ਨੇ ਸਾਰੀ ਅਗਵਾਈ ਉਹ ਕਬੂਲ ਕੀਤੀ। ਹੁਣ ਜੇ ਰੈਡੀਕਲ ਲੀਡਰਸ਼ਿਪ ਹੀ ਫੇਲ ਹੋ ਗਈ ਤੇ ਮੁੜ ਕੇ ਬਾਦਲ ਸਾਹਿਬ ਨੇ ਆਪਣਾ ਦਬਦਬਾ ਕਾਇਮ ਕਰ ਲਿਆ, ਉਹ ਵੱਖਰਾ ਇਤਿਹਾਸ ਹੈ। ਸੋ ਇੱਕ ਚਾਂਸ ਇਸ ਲੀਡਰਸ਼ਿਪ ਨੂੰ, ਜਿਹੜੀ ਸੋ ਕਾਲਡ ਰੈਡੀਕਲ ਹੈ, ਇਹਨਾਂ ਦੀ ਸਿਆਸਤ ਨੂੰ ਤੇ ਇਹਨਾਂ ਦੀ ਲੀਡਰਸ਼ਿਪ ਨੂੰ ਇੱਕ ਚਾਂਸ ਡੈਮੋਕ੍ਰੈਟਿਕ ਮਿਲਿਆ ਹੋਇਆ ਜੀ, ਜਿੱਥੇ ਇਹ ਫੇਲ ਹੋ ਗਏ। ਤੇ ਉਸ ਤੋਂ ਬਾਅਦ ਇਹ ਕੋਈ ਆਲਟਰਨੇਟਿਵ ਪੋਲਿਟਿਕਸ ਅੱਜ ਤੱਕ ਆਪਣੀ ਨਹੀਂ ਦੇ ਸਕੇ। ਇਹ ਛੋਟੀਆਂ ਛੋਟੀਆਂ ਗੱਲਾਂ, ਬਈ ਆ ਹੁਣ ਕੈਦੀ ਛੱਡ ਦਿਓ ਤੇ ਆ ਵਾਣੀ ਪਾ ਦਿਆਂਗੇ, ਵਾਣ ਭਾਈਜਾਂ ਨੂੰ ਬਰਾਬਰ ਹੈ, ਇਹ ਸਿਆਸਤ ਨਹੀਂ ਹੁੰਦੀ। ਬਈ ਤੁਹਾਡੇ ਕੋਲ ਮਾਡਲ ਕੀ ਸਿਆਸਤ ਦਾ, ਤੁਹਾਡੇ ਕੋਲ ਕੋਈ ਪੋਲੀਟੀਕਲ ਡਿਸਕੋਰਸ ਹੈ ਕਿ ਨਹੀਂ ਹੈ? ਤੇ ਇੱਕ ਵੈਕਿਊਮ ਜਿਹੜੀ ਗੱਲ ਤੁਸੀਂ ਕੀਤੀ ਹੈ, ਇਹ ਗੱਲ ਲਗਾਤਾਰ ਚੱਲਦੀ ਆ ਰਹੀ ਹੈ। ਅਕਾਲੀ ਦਲ ਦੇ ਡਾਊਨ ਹੋਣ ਤੋਂ ਬਾਅਦ ਇੱਕ ਵੈਕਿਊਮ ਲਗਾਤਾਰ ਸਿੱਖ ਸਿਆਸਤ ਦੇ ਵਿੱਚ ਬਣਿਆ ਹੋਇਆ ਹੈ। ਦਿੱਕਤ ਇਹ ਹੈ ਕਿ ਜਿਹੜੀ ਆਲਟਰਨੇਟਿਵ ਲੀਡਰਸ਼ਿਪ ਇਮਰਜ ਹੋਣ ਦੀ ਕੋਸ਼ਿਸ਼ ਕਰਦੀ ਹੈ, ਉਹ ਇੰਨੀ ਛੋਟੀ ਹੁੰਦੀ ਹੈ ਕਿ ਉਹ ਬਾਦਲ ਫੈਮਿਲੀ ਨੂੰ ਕਾਊਂਟਰ ਨਹੀਂ ਕਰ ਸਕਦੀ। ਇਹ ਅਕਾਲੀ ਦਲ ਦੇ ਵਿੱਚ ਵੀ ਹੈ ਤੇ ਅਕਾਲੀ ਦਲ ਦੇ ਬਾਹਰ ਵੀ ਹੈ। ਸੋ ਇਹ ਬੜੀ ਅਜੀਬ ਸਥਿਤੀ ਬਣੀ ਹੋਈ ਹੈ। ਲੇਕਿਨ ਕੋਈ ਵੀ ਬੰਦਾ ਗਰਮ ਨਾਰੇ ਦੇ ਕੇ ਉਹ ਸਪੇਸ ਨਹੀਂ ਲੈ ਸਕਦਾ। ਉਹ ਡੈਮੋਕ੍ਰੈਟਿਕ ਸਪੇਸ ਹੈ, ਉੱਥੇ ਮਾਸ ਲੀਡਰ ਚਾਹੀਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਓਵਰਨਾਈਟ ਟੇਕ ਓਵਰ ਨਹੀਂ ਸੀ ਕੀਤਾ, ਪਿੱਛੇ ਬੜੀ ਲੰਬੀ ਚੌੜੀ ਸਟਰਗਲ ਸੀਗੀ। ਸੋ ਹੁਣ ਵੀ ਸਪੇਸ ਖਾਲੀ ਹੈ। ਇੱਕ ਸਿਆਸਤ ਦੀ ਲੋੜ ਹੈ, ਇੱਕ ਫਰੇਮਵਰਕ ਦੀ ਲੋੜ ਹੈ। ਉਸ ਫਰੇਮਵਰਕ ਦੇ ਵਿੱਚ
ਲੀਡਰ ਆਪਣੇ ਆਪ ਕਈ ਵਾਰੀ ਅਮਰਜ ਹੋ ਜਾਂਦਾ ਹੈ। ਇਹ ਸ਼ੋਸ਼ੇਬਾਜ਼ੀ ਨਹੀਂ ਚੱਲੇਗੀ ਪੰਜਾਬ ਦੇ ਵਿੱਚ। ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਜਿਸ ਤਰੀਕੇ ਨਾਲ ਪਿਛਲੇ ਦੌਰ ਦੇ ਵਿੱਚ ਜਦੋਂ ਵੀ ਯਤਨ ਹੋਇਆ ਕਿ ਜਿਹੜੀ ਗਰਮ ਖਿਆਲੀ ਧਿਰਾ ਜੇ ਉਹ ਮੇਨ ਸਟ੍ਰੀਮ ਦੇ ਵਿੱਚ ਪਾਵਰ ਗ੍ਰੈਬ ਕਰਨਾ ਚਾਹੁੰਦੀ, ਉਹਨੂੰ ਕਦੇ ਬਹੁਤੀ ਸਫਲਤਾ ਨਹੀਂ ਮਿਲੀ। ਸਿਮਰਨਜੀਤ ਸਿੰਘ ਮਾਨ ਦੀਆਂ ਪਾਰਲੀਮੈਂਟ ਦੇ ਵਿੱਚ ਜ਼ਿਆਦਾ ਸੀਟਾਂ ਆਉਣ ਦੇ ਜਿਹੜਾ ਇੱਕ ਪਹਿਲੂ ਉਹਨੂੰ ਪਾਸੇ ਰੱਖ ਲਈਏ ਤਾਂ ਅਦਰਵਾਈਜ਼ ਇਹ ਸਿਆਸਤ ਕਾਮਯਾਬ ਨਹੀਂ ਹੁੰਦੀ ਜਿਹਦੇ 'ਚ ਗਰਮਾ ਗਰਮੀ ਹੈ, ਔਰ ਖਾਸ ਤੌਰ ਤੇ ਜਿਨ੍ਹਾਂ ਨੂੰ ਤੁਸੀਂ ਰੈਡੀਕਲਸ ਕਹਿ ਲਓ। ਤੇ ਫਿਰ ਇਸ ਧਾਰਾ ਨੂੰ ਅਪਣਾਇਆ ਕਿਉਂ ਜਾਂਦਾ ਬਾਰ-ਬਾਰ? ਜਿਹੜੇ ਵਿਅਕਤੀ ਆਪਣੇ ਆਪ ਨੂੰ ਸੂਝਵਾਨ ਮੰਨਦੇ ਆ, ਉਹ ਸਿੱਖੀ ਦੀ ਪਰਪੱਕਤਾ, ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ ਤੇ ਬਾਕੀ ਸਾਰੀਆਂ ਚੀਜ਼ਾਂ ਦੇ ਸਮਾਨਾਂਤਰ ਚੱਲਦੇ ਆ, ਜੇ ਡੈਮੋਕ੍ਰੈਟਿਕ ਪੋਲਿਟਿਕਸ ਦਾ ਹਿੱਸਾ ਵੀ ਬਣ ਜਾਣ ਤੇ ਹਰਜ ਕੀ ਹੈ? ਜੇ ਕੌਮ ਦੀਆਂ ਕੁਝ ਮਸਲੇ ਹੱਲ ਕਰਨੇ ਤੇ ਸੱਤਾ ਲਿਆ ਕੇ ਕੀਤੇ ਜਾ ਸਕਦੇ ਕਮਿਟਮੈਂਟ ਨਾਲ। ਤੁਸੀਂ ਕਹਿੰਦੇ ਹੋ ਬਾਦਲ ਕਿਆ ਨੇ ਸੱਤਾ ਪਰਿਵਾਰ ਤੱਕ ਸੀਮਤ ਕਰ ਲਈ, ਜੇ ਤੁਸੀਂ ਕੌਮ ਦੇ ਭਲੇ ਲਈ ਕਰਨਾ ਚਾਹੁੰਦੇ ਹੋ ਫਿਰ ਵੀ ਰਸਤਾ ਤਾਂ ਇਹੀ, ਜਿਵੇਂ ਸਰਦਾਰ ਜਗਤਾਰ ਸਿੰਘ ਹੋਰਾਂ ਕਿਹਾ। ਸੋ ਇਹ ਮੈਨੂੰ ਦੱਸਿਓ ਜ਼ਰਾ ਕਿ ਇਹ ਲੋਕ ਜਾਂ ਤਾਂ ਸਮਝ ਵਾਲੇ ਨਹੀਂ, ਜਾਂ ਗਲਤੀ ਕਰ ਰਹੇ ਆ, ਜਾਂ ਜਾਣਬੁੱਝ ਕੇ ਕੋਈ ਤਰੀਕਾਕਾਰ ਹੈ। ਦੇਖੋ, ਇਹ ਜਿਹੜੀ ਸਿੱਖ ਪੋਲਿਟਿਕਸ ਹੈ ਉਹ ਆਈਸੋਲੇਸ਼ਨ ਵਿੱਚ ਆਪਣੇ ਆਪ ਨੂੰ ਵੱਖਰੀ ਕਰਕੇ ਹੀ ਪੋਲਿਟਿਕਸ ਕਰਨਾ ਚਾਹੁੰਦੇ ਹੋ। ਹੈ ਨਹੀਂ ਸਾਰੀ ਪੋਲਿਟਿਕਸ ਇੱਥੇ ਦੇਸ਼ ਦੇ ਸਾਰੇ ਖਿੱਤੇ 'ਚ ਹੀ ਹੋਊਗੀ। ਜਿਹੋ ਜਿਹਾ ਸੈਟਅਪ ਹੈ ਉਹ ਸੈਟਅਪ ਨੂੰ ਸਮਝ ਕੇ ਜਿਹੜੀ ਪੋਲਿਟਿਕਸ ਹੋਊਗੀ, ਰੈਡੀਕਲ ਕਰ ਲੈਣ, ਦੂਸਰੀ ਕਰ ਲੈਣ। ਇੱਥੇ ਇਸ ਦੇਸ਼ ਦੇ ਵਿੱਚ ਰੈਡੀਕਲ ਪੋਲਿਟਿਕਸ ਵਾਲੇ ਵੀ ਬਹੁਤ ਹੈ, ਉਹਨਾਂ ਨਾਲ ਜੁੜ ਜਾਣ। ਦੂਜੇ ਦੀ ਤਾਂ ਗੱਲ ਹੀ ਨਹੀਂ ਕਰਨੀ, ਆਪਣੀ ਕਰਨੀ ਆਈਸੋਲੇਸ਼ਨ ਦੇ ਵਿੱਚ। ਉਹ ਫਿਰ ਗਾਹਾਂ ਗੱਲ ਕਿਵੇਂ ਤੁਰਦੀ ਹੈ? ਆਈਸੋਲੇਟ ਕਰਕੇ ਤਾਂ ਪਹਿਲਾਂ ਪੰਜਾਬ ਦੇ ਵਿੱਚ 80 ਵਰਤਿਆ ਸੀ, ਪੰਜਾਬ ਨੂੰ ਆਈਸੋਲੇਟ ਕੀਤਾ, ਸਿੱਖਾਂ ਨੂੰ ਆਈਸੋਲੇਟ ਕੀਤਾ। ਇਹ ਉਹੀ ਆਈਸੋਲੇਸ਼ਨ ਨੂੰ ਹੀ ਗਲੇ ਲਾਈ ਰੱਖਦੇ ਆ। ਤੇ ਇਹ ਉਦੋਂ ਮੰਨਿਆ ਜਾਂਦਾ ਵੀ 29 ਅਪ੍ਰੈਲ ਤੇ 1986 ਨੂੰ ਜਿਹੜਾ ਇਹਨਾਂ ਨੇ ਵੱਡਾ ਨਾਅਰਾ ਲਾਇਆ, ਉਹ ਮੰਨਿਆ ਜਾ ਸਕਦਾ ਸੀ। ਉਹਨਾਂ ਵੇਲਿਆਂ ਵਿੱਚ ਸਿੱਖ ਦੁਖੀ ਬਹੁਤ ਸੀਗਾ, ਨਵੰਬਰ 84 ਹੋ ਕੇ ਹਟਿਆ ਸੀ ਤੇ ਬੜੇ ਤਾਜ਼ਾ ਇਸ ਕਿਸਮ ਦੀਆਂ ਸੱਟਾਂ ਵੱਜੀਆਂ ਸੀਗੀਆਂ। ਉੱਥੇ ਨਾਅਰਾ ਲੱਗ ਸਕਦਾ ਸੀ। ਉਹ ਨਾਅਰੇ ਨੂੰ ਪਰਪੈਚੁਏਟ ਲਗਾਤਾਰ ਹੀ ਕਰੀ ਜਾਣਾ, ਉਸ ਰੈਡੀਕਲ ਨੂੰ ਕਰੀ ਜਾਣਾ, ਤੇ ਪੋਲਿਟਿਕਸ ਦੀ ਸਮਝ ਨਾ ਹੋਣੀ। ਤੇ ਦੂਜੇ ਪਾਸੇ ਆ ਕੇ ਸਾਰੀਆਂ ਹੋਰ ਮਿਨੋਰਿਟੀਆਂ ਨਾਲ ਕਿੰਨਾ ਕੁਝ ਧੱਕਾ ਹੋ ਰਿਹਾ, ਹੋਰ ਕਈ ਗਰੁੱਪਾਂ ਨਾਲ ਦੇਸ਼ ਦੇ ਵਿੱਚ ਧੱਕਾ ਹੋ ਰਿਹਾ, ਉਹਨਾਂ ਦੀ ਕੋਈ ਗੱਲ ਹੀ ਨਾ ਕਰਨੀ। ਇਹਦਾ ਮਤਲਬ ਇਹ ਹੈ ਵੀ ਤੁਸੀਂ ਸਾਨੂੰ ਥੋੜਾ ਜਿਹਾ ਸ਼ੇਅਰ ਦੇ ਦਿਓ ਪੋਲਿਟਿਕਸ ਵਿੱਚ, ਅਸੀਂ ਠੀਕ ਹੋ ਜਾਗੇ। ਇਹ ਰੈਡੀਕਲ ਵਾਲੇ ਸ਼ੇਅਰ ਮੰਗਦੇ ਆ, ਗੱਲਾਂ ਬਾਤਾਂ ਕਰਕੇ ਸਾਡਾ ਸ਼ੇਅਰ ਦਿਓ। ਜਿਹੜਾ ਉਹਨਾਂ ਦਾ ਨਾਅਰਾ ਉਹ ਸ਼ੇਅਰ ਲੈਣਾ ਪਾਵਰ ਚੋਂ। ਉਹ ਲੋਕ ਸਮਾਜ ਦਾ ਨਹੀਂ ਕਰਨਾ ਕੁਛ। ਇਸੇ ਕਰਕੇ ਸਮਾਜ ਦਾ ਉਹਨਾਂ ਕੋਲੇ ਕੋਈ ਫਰੇਮਵਰਕ ਹੀ ਹੈ ਨਹੀਂ ਵੀ ਅਸੀਂ ਸਮਾਜ ਨੂੰ ਨਾਲ, ਲੋਕਾਂ ਨੂੰ ਨਾਲ ਕਿਵੇਂ ਤੋਰੀਏ। ਤੇ ਦੂਜਿਆਂ ਕੋਲੇ ਜਿਹੜੀ ਬਾਦਲ ਦੀ ਪੋਲਿਟਿਕਸ ਸੀ, ਉਸਨੇ ਫਿਰ ਉਹਨਾਂ ਨਾਲ ਮਿਲ ਕੇ ਵੀ ਅਸੀਂ ਤੁਹਾਡਾ ਕੰਮ ਕਰਾਂਗੇ ਵਫਾਦਾਰੀ ਵਾਲਾ, ਤੇ ਅਸੀਂ ਸੂਬੇਦਾਰੀ ਲੈ ਲੈਂਦੇ ਆ। ਉਹਨਾਂ ਨੇ ਲੈ ਲਈ ਹੈ, ਉਹਨਾਂ ਨੇ ਹੰਡਾਈ ਵੀ ਹੈ ਪਾਵਰ। ਤੇ ਇਹ ਆਪਣਾ ਇਹ ਵੀ ਚਾਹੁੰਦੇ ਆ ਵੀ ਸਾਨੂੰ ਹਿੱਸਾ ਦੇ ਦਿਓ ਜੀ। ਸਿੱਧਾ ਨਾਅਰੇ ਦਾ ਮਤਲਬ ਇਹ ਹੈ ਅਸੀਂ ਗੁਲਾਮ ਤੋਂ ਆਜ਼ਾਦ ਹੋਣਾ, ਸੱਤਾ ਲੈਣੀ ਹੈ। ਤੇ ਲੈਣੀ ਕਿਵੇਂ ਆ, ਉਹ ਜਦੋਂ ਸਵਾਲ ਤੇ ਨਹੀਂ ਖੜੇ ਹੁੰਦੇ, ਇਕੱਲਾ ਸੱਤਾ ਲੈਣ ਤੇ ਖੜੇ ਹੁੰਦੇ ਆ, ਤਾਂ ਇਹਦਾ ਮਤਲਬ ਵੀ ਇਹ ਉਸੇ ਕਿਸਮ ਦੀ ਪੋਲਿਟਿਕਸ ਹੈ। ਇੱਕ ਦੋ ਰੂਪ ਹੈ, ਸੌਫਟ ਵਾਲਿਆਂ ਦਾ ਦੂਸਰਾ, ਇਹਨਾਂ ਦਾ ਦੂਸਰਾ। ਇਹਨਾਂ ਵਿੱਚ ਇਸੇ ਕਰਕੇ ਇਨਫਿਲਟ੍ਰੇਸ਼ਨ ਬੜੀ ਹੋ ਜਾਂਦੀ ਹੈ, ਸਰਕਾਰਾਂ ਦੀ ਬੜੀ ਹੋ ਜਾਂਦੀ ਹੈ। ਸਰਕਾਰਾਂ ਵੱਲੋਂ ਕਈ ਪ੍ਰੋਗਰਾਮ ਇਹਨਾਂ ਦੇ ਰੈਡੀਕਲਾਂ ਦੇ ਵੀ ਸਪਾਂਸਰ ਹੋ ਜਾਂਦੇ ਆ। ਤੇ ਇਹ ਸਾਰਾ ਕੁਝ ਇਸੇ ਕਰਕੇ, ਜੇ ਇਹਨਾਂ ਕੋਲੇ ਪੋਲਿਟਿਕਸ ਹੋਵੇ। ਹੁਣ ਤੁਸੀਂ ਇਸ ਨੂੰ ਗੱਲ ਨੂੰ ਭੁੱਲ ਨਹੀਂ ਸਕਦੇ, ਧਰਮ ਯੁੱਧ ਮੋਰਚੇ 'ਚ ਇੱਕ ਪੋਲਿਟਿਕਸ ਸੀ, ਉਹਦੇ 'ਚ ਮੰਗਾਂ ਸੀ, ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਸੀ ਜਿਹੜਾ ਟੋਟਲ ਸਾਰਾ ਦੇਸ਼ ਦੇ ਸਟਰਕਚਰ ਦੇ ਪੋਲੀਟੀਕਲ ਸਟਰਕਚਰ ਦੀ ਗੱਲ ਕਰਦਾ ਸੀ ਬਦਲਣ ਦੀ। ਹੁਣ ਇੱਥੇ ਕਿਹੜੀ ਗੱਲ ਕਰਦੇ ਆ? ਕੋਈ ਗੱਲਬਾਤ ਨਹੀਂ ਸਾਰੀ। ਇਹ ਤਾਂ ਆਪਣਾ ਲੈਣ ਦੀ ਗੱਲ ਕਰਦੇ ਵੀ ਸਾਨੂੰ ਹਿੱਸਾ ਵਿੱਚੋਂ ਕੱਟ ਕੇ ਦੇ ਦਿਓ। ਤੇ ਉਹ ਹਿੱਸਾ ਕੱਟਿਆ ਕਿਵੇਂ ਜਾਊ, ਕੌਣ ਕੱਟ ਕੇ ਦਿੰਦਾ, ਉਹਦੀ ਕੋਈ ਗੱਲਬਾਤ ਨਹੀਂ। ਬਾਕੀ ਸਾਰੀਆਂ ਗੱਲਾਂ ਇਸ ਕਰਕੇ ਇਹਨਾਂ ਕੋਲੇ ਪੋਲਿਟਿਕਸ ਹੈ ਨਹੀਂ। ਤੇ ਇਹਦੇ ਨਾਲੋਂ ਬਾਦਲ ਦੀ ਪੋਲਿਟਿਕਸ ਇਹ ਸੀ ਵੀ ਉਹਨਾਂ ਨੇ ਜੋ ਕੁਝ ਕਿਹਾ, ਉਹਨਾਂ ਲੋੜ ਪਈ ਵੀ ਤੁਸੀਂ ਸਾਨੂੰ ਲਾਇਲਟੀ, ਵਫਾਦਾਰੀ ਇੱਥੋਂ ਤੱਕ ਵੀ ਦਿਖਾ ਦਿਓ, ਇਜਹਾਰ ਆਲਮ ਨੂੰ ਵੀ ਅਡਾਪਟ ਕਰੋ, ਤੇ ਸੈਣੀ ਨੂੰ ਵੀ ਅਡਾਪਟ ਕਰੋ, ਤੇ KPS ਗਿੱਲ ਨੂੰ ਵੀ ਅਡਾਪਟ ਕਰੋ। ਉਹ ਕਰ ਲਿਆ ਉਹਨਾਂ ਨੇ ਪੂਰੀ। ਇਸ ਕਰਕੇ ਇਹ ਜਿਹੜੀ ਪੋਲਿਟਿਕਸ ਹੈ, ਦੋਨਾਂ 'ਚ ਲੰਬਾ ਚੌੜਾ ਫਰਕ ਹੈ। ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹੁੰਦਾ ਵੀ ਕੋਈ ਪੋਲਿਟਿਕਸ ਨਹੀਂ ਰੈਡੀਕਲ ਵਾਲਿਆਂ ਕੋਲੇ। ਸਮਾਜ ਤਾਂ ਉਹਨਾਂ ਲਈ ਰਜਿਸਟਰ ਹੀ ਨਹੀਂ ਕਰਦਾ। ਕੁਝ ਬੰਦੇ ਰਜਿਸਟਰ ਕਰਦੇ ਆ, ਕੁਝ ਆਪਣਾ ਕਰਦਾ। ਇਸ ਕਰਕੇ ਫਿਰ ਉਹ ਤੁਰ ਨਹੀਂ ਸਕਦੇ। ਤੇ ਉਹਨਾਂ ਦੇ ਆਪਸ ਵਿੱਚ ਦੀ ਫਿਰ ਜਿਵੇਂ ਗਰੁੱਪਾਂ ਦੇ ਪਹਿਲੀਆਂ ਡਿਵੀਜ਼ਨਾਂ ਵੀ ਅਸੀਂ ਦੇਖੀਆਂ 90 ਦੇ ਆਲੇ ਦੁਆਲੇ, ਉਵੇਂ ਡਿਵੀਜ਼ਨਾਂ ਹੋ ਜਾਂਦੀਆਂ ਗਰੁੱਪਾਂ ਦੀਆਂ। ਉਹੀ ਡਿਵੀਜ਼ਨ ਜਿਹੜੀ ਹੁਣ ਇਨਸਾਫ, ਕੌਮੀ ਇਨਸਾਫ ਮੋਰਚੇ ਵਿੱਚ ਦਿਖਾਈ ਦਿੰਦੀ ਹੈ।
ਜੀ। ਪੋਲਿਟਿਕਸ ਘੱਟ ਹੈ, ਪੋਲਿਟਿਕਸ ਮਾਈਨਸ ਹੀ ਆਲਮੋਸਟ ਸਮਝੋ। ਤੇ ਇਸ ਕਰਕੇ ਇਹਨਾਂ ਨੂੰ ਲੱਗਦਾ ਨਹੀਂ ਵੀ ਦੇਸ਼ ਦੇ ਵਿੱਚ ਹੋਰ ਲੋਕ ਵੀ ਸਾਡੇ ਵਾਂਗੂ ਪੀੜਤ ਹੈ, ਉਹਨਾਂ ਨਾਲ ਵੀ ਸਾਡਾ ਕੋਈ ਹਮਦਰਦੀ ਸਹਾਨੁਭੂਤੀ ਕਿਸੇ ਲੈਵਲ ਤੇ ਹੋਣੀ ਚਾਹੀਦੀ ਹੈ। ਅਸੀਂ ਨਾਲੇ ਸਿੱਖੀ ਦਾ ਸਿਧਾਂਤ ਹੀ ਇਹ ਹੈ ਵੀ ਤੁਸੀਂ ਆਪਣੇ ਲਈ ਨਹੀਂ। ਜੇ ਸਿੱਖੀ 18ਵੀਂ ਸਦੀ ਸੀ ਤਾਂ ਉਹ ਤੇ ਹਰਾਵਲ ਦੱਸਦਾ ਸੀ, ਅੱਗੇ ਹੋ ਕੇ ਲੜੇ ਆ, ਲੋਕਾਂ ਲਈ ਲੜੇ ਆ, ਸਾਰੇ ਪੰਜਾਬੀਆਂ ਲਈ ਲੜੇ ਆ, ਭਾਵੇਂ ਥੋੜੇ ਜਿਹੇ ਬੰਦੇ ਲੜੇ ਸੀ। ਹੁਣ ਇਹ ਲੜਦੇ ਨਹੀਂ ਕਿਸੇ ਲਈ, ਕਿ ਆਪਣੀ ਸਿਆਸਤ, ਆਪਣੀ ਪਾਵਰ, ਉਹਦਾ ਪਹਿਲਾਂ ਗੱਲ ਕਰਦੇ ਆ। ਇਸੇ ਕਰਕੇ ਕਾਫੀ ਕਨਫਿਊਜ਼ਨ ਚ ਹੈ। ਹਾਂਜੀ ਸਰਦਾਰ ਹਰਮੀਤ ਸਿੰਘ ਜੀ, ਜਿਹੜਾ ਇਸ ਵੇਲੇ ਦਾ ਮਾਹੌਲ ਹੈ, ਇਹਦੇ ਵਿੱਚ ਕੀ ਹਰ ਸਮੇਂ ਜਿਹੜੀ ਇੱਕ ਛੋਟਾ ਜਿਹਾ ਹਿੱਸਾ ਸੈਗਮੈਂਟ ਗਰਮ ਖਿਆਲੀਆਂ ਦਾ ਰਹਿੰਦਾ ਹੀ ਰਹਿੰਦਾ, ਸਿਰਫ ਉਹਦੀ ਪੂਰਤੀ ਕੀਤੀ ਜਾ ਰਹੀ ਆ? ਇਹ ਇੱਕ ਪੋਲਿਟਿਕਸ ਹੈ, ਇਹਦੀ ਪ੍ਰਤੀਸ਼ਤਤਾ ਜੇ ਨਾਮ ਹੀ ਮਾਪੀਏ, ਵਿਦੇਸ਼ ਦੇ ਵਿੱਚ ਬੈਠੇ ਲੋਕ ਹੈ, ਉਸ ਦੌਰ ਦੇ ਸਤਾਏ ਹੋਏ ਲੋਕ ਵੀ ਹੋਣਗੇ, ਸਿਰਫ ਓਨੀ ਕੁ ਸਿੰਪਥੀ ਲਈ ਤੇ ਓਨੇ ਕੁ ਘੇਰਿਆਂ ਦੀ ਪੋਲਿਟਿਕਸ ਲਈ ਇਹਨੂੰ ਅੱਗੇ ਵਧਾਇਆ ਜਾ ਰਿਹਾ, ਸਿਰਫ ਇਹੀ ਮੰਨਿਆ ਜਾਵੇ? ਦੂਜਾ, ਜਦੋਂ ਬਾਦਲ ਸਾਹਿਬ ਦੀ ਸਿਆਸਤ ਦਾ ਜ਼ਿਕਰ ਹੋ ਰਿਹਾ ਤੇ ਉਦੋਂ ਹਰਿਆਣੇ ਕਮੇਟੀ ਦੇ ਨਜ਼ਰੀਏ ਤੋਂ ਇੱਕ ਹੋਰ ਝਟਕਾ ਵੀ ਲੱਗ ਰਿਹਾ। ਬਹੁਤ ਸੰਖੇਪ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਥੋੜਾ ਜਿਹਾ ਕਲੀਅਰ ਕਰ ਦਿਓ। ਇੱਕ ਗੱਲ ਤਾਂ ਇਹ ਹੈ ਕਿ ਬਿਲਕੁਲ ਸਪੇਸ ਪੰਥਕ ਸਿਆਸਤ ਦੇ ਵਿੱਚ ਖਾਲੀ ਵਰਗ ਹੈ। ਖਾਲੀ ਵਰਗਾ ਇਸ ਢੰਗ ਨਾਲ ਹੈ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਮਿਲ ਕੇ ਸਿਗਨੇਚਰ ਮੁਹਿੰਮ ਚਲਾ ਰਿਹਾ। ਇਹਨੂੰ ਕਿੰਨੇ ਚਿਰ ਹੋ ਗਿਆ, ਅੱਜ ਨਹੀਂ ਹੈ, ਬਾਰ-ਬਾਰ ਮੀਟਿੰਗਾਂ ਕਰਨੀਆਂ ਪੈਂਦੀਆਂ ਨੇ, ਪੂਰੇ ਨਹੀਂ ਹੋਏ। ਇਹਦਾ ਮਤਲਬ ਕੇਡਰ ਵੀ ਅੱਧ ਬੰਨੇ ਮਨ ਨਾਲ ਕਰਾ ਰਿਹਾ। ਨਹੀਂ ਤਾਂ ਐਡੀ ਵੱਡੀ ਪਾਰਟੀ ਜਿਹੜੀ ਗਰਾਊਂਡ ਦੀ ਪਾਰਟੀ ਹੈ, 100 ਸਾਲ ਤੋਂ ਪੁਰਾਣੀ ਹੈ ਇਸ ਸੂਬੇ ਦੀ, ਔਰ ਪਿੰਡਾਂ 'ਚ ਤਾਂ ਖਾਸ ਤੌਰ ਤੇ 20-30 ਲੱਖ ਦਾ ਕੀ ਮਤਲਬ 50 ਲੱਖ 1 ਕਰੋੜ ਜਦ ਮਰਜੀ ਕਰਾ ਦਿੰਦੇ ਹੋ ਹੁਣ ਤੱਕ ਦਾ ਸਿਗਨੇਚਰ। ਤਾਂ ਦਿਨਾਂ ਦੀ ਗੱਲ ਹੁੰਦੀ ਹੈ ਐਡੀ ਵੱਡੀ ਪਾਰਟੀ ਲਈ। ਤੇ ਇਟ ਮੀਨਸ ਅੰਦਰ ਵੀ ਗੜਬੜ ਤੇ ਬਾਹਰ ਵੀ ਹੈ। 30 ਲੱਖ ਤਾਂ ਹੁਣ ਕਰਿਆ ਨਾ, ਕੱਲੇ ਦੀ ਡਿਊਟੀ ਲਾਈ ਹੈ, ਹਰੇਕ ਹਲਕੇ ਚੋਂ ਇੰਨੇ ਕਰਾਉਣੇ ਨੇ। ਇਹਦਾ ਮਤਲਬ ਹੁਣ ਹਲਕੇ ਤੋਂ ਬਿਨਾਂ, ਟਿਕਟ ਤੋਂ ਬਿਨਾਂ ਕੋਈ ਇੰਨਾ ਕੁ ਕੰਮ ਕਰਨ ਲਈ ਵੀ ਤਿਆਰ ਨਹੀਂ। ਜੇਲ੍ਹ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ, ਬਾਕੀ ਗੱਲਾਂ ਹੋਰ ਨੇ। ਇੱਥੋਂ ਲਾਚਾਰੀ ਨਜ਼ਰ ਆਉਂਦੀ ਹੈ ਲੀਡਰਸ਼ਿਪ ਦੀ, ਔਰ ਉਹ ਕੋਈ ਮੋਰਚਾ ਲਾਉਣ ਦੀ ਹੈਸੀਅਤ ਚ ਨਹੀਂ ਹੈ, ਗਵਰਨਮੈਂਟ ਆਫ ਇੰਡੀਆ ਨੂੰ ਚੈਲੰਜ ਕਰਨ ਦੀ ਹੈਸੀਅਤ ਚ ਨਹੀਂ ਹੈ ਇਸ ਮੁੱਦੇ ਦੇ ਉੱਤੇ। ਨਹੀਂ ਤਾਂ ਉਹ ਚੈਲੰਜ ਕਰਦੀ ਕਿ ਅਸੀਂ ਇੱਕ ਵੱਡਾ ਅੰਦੋਲਨ ਛੇੜ ਦਾਂਗੇ, ਪੋਲੀਟੀਕਲੀ ਵੀ ਤੇ ਬਾਕੀ ਗੱਲਾਂ ਤੇ। ਦੂਜੀ ਗੱਲ, ਹਰਿਆਣੇ ਚ ਕਲੈਸ਼ ਹੁੰਦਾ। ਹੁਣ ਐਕਟ ਬਣ ਗਿਆ, ਸੁਪਰੀਮ ਕੋਰਟ ਸ਼੍ਰੋਮਣੀ ਕਮੇਟੀ ਚੋਂ ਵੀ ਤੁਸੀਂ ਹਾਰ ਗਏ। ਪਹਿਲਾਂ ਅਕਾਲੀ ਦਲ ਨੇ ਤੇ ਸ਼੍ਰੋਮਣੀ ਕਮੇਟੀ ਨੇ ਇੱਕ ਫੈਸਲਾ ਕੀਤਾ ਸੀ ਕਿ ਅਸੀਂ ਮਾਰਚ ਕਰਾਂਗੇ, ਮੋਬਿਲਾਈਜ਼ ਕਰਾਂਗੇ, ਐਜੀਟੇਸ਼ਨ ਕਰਾਂਗੇ ਹਰਿਆਣੇ ਚ ਵੀ। ਹਰਿਆਣੇ ਚ ਕੋਈ ਤੁਹਾਡੇ ਨਾਲ ਐਜੀਟੇਸ਼ਨ ਕਰਨ ਲਈ ਤਿਆਰ ਨਹੀਂ ਹੈ ਉਸ ਪੱਧਰ ਦੇ ਉੱਤੇ ਉਹਨਾਂ। ਇਸ ਕਰਕੇ ਉਸ ਹਕੀਕਤ ਨੂੰ ਮੰਨ ਲੈਣਾ ਕਿ ਠੀਕ ਹੈ ਜੀ, ਘੱਟੋ ਘੱਟ ਬੈਠ ਕੇ, ਅੱਜ ਬਿਆਨ ਅਕਾਲੀ ਦਲ ਦੇ ਸਪੋਕਸਪਰਸਨ ਦਾ ਕੀ ਆ ਰਿਹਾ, ਮੰਨ ਲਓ ਵੀ ਘੱਟੋ ਘੱਟ ਸ਼੍ਰੋਮਣੀ ਕਮੇਟੀ ਨਾਲ ਬੈਠ ਕੇ ਕਰ ਲੈਂਦੇ। ਧੱਕਾ ਤਾਂ ਕਰ ਹੀ ਰਹੇ ਨੇ, ਐਕਟ ਗਲਤ ਬਣਾ ਹੀ ਦਿੱਤਾ, ਉਹ ਜਿਹੜੇ ਇੱਧਰ ਉੱਧਰ ਟ੍ਰਾਂਸਫਰ ਕਰਨੇ ਸੀ ਬਾਕੀ ਸੀ। ਮਤਲਬ ਇਹ ਸਾਰੀਆਂ ਗੱਲਾਂ 'ਚ ਇਹ ਹੈ ਕਿ ਹੁਣ ਉੱਥੇ ਤੋਂ ਤੁਹਾਡੀ ਤੜ ਜਿਹੜੀ ਸੀ ਨਾ, ਜਿਹੜੇ ਤੁਹਾਡੇ ਇੱਕ ਬਿਆਨ ਨੇ ਸਿਸਟਮ ਦੇ ਵਿੱਚ ਖਲਬਲੀ ਮਚਾਉਣੀ ਹੁੰਦੀ ਸੀ, ਉਹ ਅਸਰ ਖਤਮ ਹੋ ਗਿਆ। ਅਸਲ 'ਚ ਉਹ ਅਸਰ ਤਾਂ ਖਤਮ ਹੋਇਆ, ਇਹ ਨਹੀਂ ਕਿ ਕੇਡਰ ਘੱਟ ਹੈ। ਅੱਜ ਵੀ ਅਕਾਲੀ ਦਲ ਕੋਲ ਮੇਰਾ ਮੰਨਣਾ ਹੈ ਕਿਸੇ ਵੀ ਪਾਰਟੀ ਤੋਂ ਵੱਧ ਕੇਡਰ ਅੱਜ ਵੀ ਗਰਾਊਂਡ ਦੇ ਵਿੱਚ। ਪਰ ਜਦੋਂ ਫੌਜ ਡਿਮੋਰਲਾਈਜ਼ ਹੋਈ ਹੋਵੇ, ਜਦੋਂ ਫੌਜ ਨੂੰ ਇਹ ਨਜ਼ਰ ਹੀ ਨਾ ਆਵੇ ਕਿੱਧਰ ਲੜਨਾ, ਤੇ ਉਹ ਲੜੇ ਹੀ ਨਾ, ਉਹ ਲੜ ਨਹੀਂ ਸਕਦੀ ਜਿੰਨਾ ਚਿਰ ਅੰਦਰ ਝਾਤ ਨਹੀਂ ਮਾਰੀ ਜਾਂਦੀ। ਇਹੀ ਰੈਡੀਕਲ ਦੇ ਮਾਮਲੇ 'ਚ 3 ਦਿਨ ਪਹਿਲਾਂ ਇੱਕ ਰੈਡੀਕਲ ਦਾ ਇੱਕ ਹੋਰ ਸੈਕਸ਼ਨ ਨੇ ਮੀਟਿੰਗ ਕੀਤੀ ਹੈ। ਲਗਾਤਾਰ ਉਹ ਮੀਟਿੰਗਾਂ ਤੇ ਸੈਮੀਨਾਰ ਕਰ ਰਹੇ ਨੇ, ਜਿਨ੍ਹਾਂ ਦੀ ਅਗਵਾਈ ਦਲਜੀਤ ਸਿੰਘ ਬਿੱਟੂ ਕਰ ਰਹੇ ਨੇ। ਹਾਲਾਂਕਿ ਉਹ ਵੀ ਜੇਲ੍ਹ 'ਚ ਬੜੀ ਵਾਰ ਰਹੇ, ਬੜੇ ਮੁਕੱਦਮਿਆਂ 'ਚ ਨੇ ਔਰ ਬੜੇ ਕੇਸਾਂ 'ਚ ਰਹੇ, ਪੰਥਕ ਕਮੇਟੀ ਤੱਕ ਰਹੇ। ਹਜੇ ਨਵਿਆਂ ਨੇ ਤਾਂ ਕੁਝ ਦੇਖਣਾ ਹੈ ਨਾ, ਜਿਹੜਿਆਂ ਨੇ ਦੇਖਿਆ ਹੋਇਆ, ਜਿਹ 'ਚ ਨਾਰਾਇਣ ਸਿੰਘ ਚੌੜਾ ਵੀ ਨੇ, ਜਿਹਦੇ 'ਚ ਬਾਕੀ ਲੋਕ ਜਿਨ੍ਹਾਂ ਨੇ ਇਹ ਸਾਰਾ ਕੁਝ ਦੇਖਿਆ। ਉਹ ਕਹਿੰਦੇ ਬਹੁਤ ਖਤਰਨਾਕ ਹਾਲਾਤ ਹੈ, ਜੇ ਸੰਵਾਦ 'ਚ ਨਾ ਪਈ ਕਮਿਊਨਿਟੀ ਤਾਂ ਇਹ ਬਹੁਤ ਬਰਬਾਦੀ ਵੱਲ ਜਾ ਸਕਦੀ ਹੈ। ਜਿਹੜੇ ਮਾਹੌਲ 'ਚ ਹੁਣ ਸਲੋਗਨਬਾਜ਼ੀ ਕੀਤੀ ਜਾ ਰਹੀ ਹੈ ਇੱਧਰ ਉੱਧਰ, ਔਰ ਉਹ ਟੋਟਲ ਗਰੁੱਪ ਹੈ, ਨਾ ਉਹ ਮੋਰਚਿਆਂ ਨਾਲ ਆ ਰਿਹਾ, ਨਾ ਉਹ ਅੰਮ੍ਰਿਤਪਾਲ ਨਾਲ, ਨਾ ਉਹ ਕਿਸੇ ਨਾਲ ਨਹੀਂ ਹੈ। ਉਹ ਸਾਇਲੈਂਟਲੀ ਆਪਣੀ ਗੱਲ ਕਰ ਰਹੇ ਆ ਉਸ ਪੱਧਰ ਦੇ ਉੱਤੇ। ਇਹਦਾ ਮਤਲਬ ਅਸੀਂ ਪਿਛੋਕੜ ਦੀ, ਅੱਜ ਤੱਕ ਲੜੀ ਲੜਾਈ ਦੀ, ਅੱਜ ਤੱਕ ਦੀ ਮੂਵਮੈਂਟ ਦਾ ਬੈਠ ਕੇ ਮੰਥਨ ਕਰਕੇ ਰਿਵਿਊ ਨਹੀਂ ਕੀਤਾ। ਰਿਵਿਊ ਕਰਨ ਤੋਂ ਬਾਅਦ ਕੋਈ ਚੀਜ਼ਾਂ ਨਿਕਲਦੀਆਂ ਨੇ, ਫਿਰ ਕੋਈ ਚੀਜ਼ਾਂ ਅੱਗੇ ਤੁਰਦੀਆਂ ਨੇ। ਉਹਨਾਂ ਸਮਾਂ ਦੇਣ ਲਈ ਆਪਣੇ ਆਪ ਨੂੰ ਅਸੀਂ ਤਿਆਰ ਹੈ ਨਹੀਂ। ਅਸੀਂ ਕਹਿੰਦੇ ਕੱਲ ਕਰ ਦਾਂਗੇ, ਪਰਸੋਂ ਕਰ ਦਾਂਗੇ, ਚੌਥੇ। ਜਿਹੜੀਆਂ ਕਮਿਊਨਿਟੀ ਜਿਹਨੇ ਭਾਈਚਾਰੇ ਨੇ ਤੇ ਦੇਸ਼ ਨੇ, ਉਹ ਦਿਨਾਂ ਦੀ ਖੇਡ ਨਹੀਂ ਹੁੰਦੀ, ਉਹਦੇ ਚ ਟਾਈਮ ਲੱਗਦਾ। ਕਈ ਵਾਰ ਬਹੁਤ ਵੱਡੀਆਂ ਚੀਜ਼ਾਂ ਲਈ ਸਦੀਆਂ ਲੱਗਦੀਆਂ ਨੇ ਚੀਜ਼ਾਂ ਸਮਝਣ ਦੇ ਲਈ ਤੇ ਬਾਕੀ ਚੀਜ਼ਾਂ ਦੇ ਲਈ। ਉਹ ਗੰਭੀਰਤਾ ਕਦੋਂ ਆਉਣੀ ਹੈ, ਅਜੇ ਇਹ ਕੁਐਸਚਨ ਹੈ ਬਹੁਤ ਬੜਾ। ਔਰ ਪੂਰਾ ਇੰਟੈਲੀਜੈਂਸੀਆ ਕਿੱਥੇ ਹੈ ਜਿਹੜਾ ਕੋਈ ਬਿਠਾ ਸਕੇ ਜਾਂ ਬੈਠ ਸਕੇ, ਇਹਨਾਂ ਗੱਲਾਂ ਤੇ ਗੱਲ ਕਰਦਾ ਹੋਵੇ, ਬੋਲਦਾ ਹੋਵੇ।
ਉਹ ਵੀ ਇੱਕ ਬਹੁਤ ਬੜੀ ਕਮੀ ਸਾਡੇ ਸਾਹਮਣੇ ਹੈ। ਔਰ ਇਹ ਸਾਰੇ ਮਾਹੌਲ ਦੇ ਵਿੱਚੋਂ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਮਤਲਬ ਲੀਡਰਲੈਸ ਜਦੋਂ ਕੋਈ ਕਮਿਊਨਿਟੀ ਹੁੰਦੀ ਹੈ ਉਦੋਂ ਇਹੋ ਜਿਹੇ ਹਾਲਾਤ ਨੇ। ਅੱਜ ਹਾਲਾਤ ਇਹ ਨੇ ਕਿ ਪੰਜਾਬ ਦੇ ਲੋਕ ਕਿਸਾਨ ਅੰਦੋਲਨ ਤੋਂ ਬਾਅਦ ਉਹ ਜ਼ਿਆਦਾ ਚਾਰਜਡ ਨੇ, ਉਹ ਆਪੋ ਆਪਣੇ ਆਪ ਮੁਹਾਰੇ ਬਿਨਾਂ ਲੀਡਰੀ ਮੋਰਚਿਆਂ 'ਚ ਜਾ ਰਹੇ ਨੇ, ਚਾਹੇ ਲੀਡਰ ਹੋਵੇ ਚਾਹੇ ਨਾ ਹੋਵੇ, ਲੀਡਰ ਤਲਾਸ਼ 'ਚ ਨਹੀਂ ਕਿਤੇ ਹੈ ਨਹੀਂ। ਔਰ ਅਗਲੀ ਗੱਲ ਇਹ ਹੈ, ਗੁਰੂ ਨਾਨਕ ਸਾਹਿਬ ਕਿੱਥੋਂ ਸ਼ੁਰੂ ਕਰਦੇ ਨੇ, ਕਿਰਤ ਕਰੋ ਨਾਮ ਜਪੋ ਵੰਡ ਛਕੋ ਤੋਂ। ਅਸੀਂ ਕਦੇ ਕਿਰਤੀ ਦੀ ਸਾਰ ਲਈ ਪੰਜਾਬ ਦੇ ਵਿੱਚ, ਕਦੇ ਖੁਦਕੁਸ਼ੀ ਕਰਨ ਵਾਲੇ ਦੇ ਕਿਸੇ ਦੇ ਘਰ ਗਏ, ਕਿਸਾਨ ਤੇ ਮਜ਼ਦੂਰ ਦੇ ਜਿਹੜੇ ਪੋਲਿਟਿਕਸ ਕਰਨਾ ਚਾਹੁੰਦੇ ਨੇ ਬੰਦੇ, ਇੱਕ ਵੀ ਬੰਦਾ ਦੱਸਦੇ ਕਿਸੇ ਇੱਕ ਦੇ ਘਰ ਗਏ। ਜਿਵੇਂ ਤੁਸੀਂ ਆਪਣਾ ਬੰਦਾ ਫੜੇ ਦੇ ਨਾਲ ਜਾ ਰਹੇ ਹੋ ਨਾ, ਉਹ ਕਿਹਦਾ ਸਿੱਖ ਹੈ ਜਿਹੜਾ ਬੈਠਾ ਹੋਇਆ ਖੁਦਕੁਸ਼ੀ ਕਰ ਰਿਹਾ, ਉਹਦੇ ਨਾਲ ਕੌਣ ਜਾਏਗਾ? ਗੁਰੂ ਨਾਨਕ ਸਾਹਿਬ ਯਾਤਰਾ ਦੌਰਾਨ ਜੇ ਮਲਕ ਭਾਗੋ ਦੀ ਛੱਡ ਕੇ ਭਾਈ ਲਾਲੋ ਦੀ ਕੋਧਰਾ ਦੀ ਰੋਟੀ ਖਾਣ ਜਾਂਦੇ ਨੇ ਤਾਂ ਉਹਦਾ ਕੋਈ ਮੈਸੇਜ ਹੈ ਜਿੱਥੇ ਜਾ ਰਹੇ ਹੋ। ਤੇ ਤੁਸੀਂ ਕਿਸਾਨਾਂ ਨੂੰ ਗਾਲਾਂ ਕੱਢ ਦੋ, ਕਿਸਾਨ ਲੀਡਰਸ਼ਿਪ ਨੂੰ ਗਾਲਾਂ ਕੱਢ ਦੋ, ਜਾਂ ਇੱਧਰਲੇ ਉਧਰਲੇ ਬਾਕੀ ਦੀਆਂ ਚੀਜ਼ਾਂ ਕਰ ਦੋ। ਕੱਲੇ ਇੰਨੇ ਨਾਲ ਮਾਮਲੇ ਨਹੀਂ ਨਿਪਟਣੇ। ਮਾਮਲੇ ਤੁਹਾਡੇ ਉਹ ਕੰਪੀਟੀਟਰ ਨਹੀਂ ਹੈ ਇਸ ਮਾਮਲੇ 'ਚ, ਪੋਲਿਟਿਕਸ ਦੇ ਮਾਮਲੇ 'ਚ। ਜੇ ਪੋਲਿਟਿਕਸ ਕਰਨੀ ਹੈ ਉਹ ਗਰਾਊਂਡ ਦੀ ਪੋਲਿਟਿਕਸ ਵੀ ਕਰਨੀ ਪਏਗੀ। ਕਾਮਰੇਡਾਂ ਨੇ ਕਿਹਾ ਜਦ ਇਨਕਲਾਬ ਆਜੂ ਸਾਰਾ ਕੁਝ ਠੀਕ ਹੋ ਜੂ, ਉਹਨੇ ਨਾਲ ਅਗਲਾ ਕਹਿੰਦਾ ਰੋਟੀ ਅੱਜ ਨਹੀਂ ਮਿਲਦੀ ਭਾਈ, ਅੱਜ ਦਾ ਵੀ ਇਲਾਜ ਦੱਸੋ। ਇਸੇ ਤਰ੍ਹਾਂ ਖਾਲਿਸਤਾਨ ਬਣ ਜੂ ਸਾਰਾ ਕੁਝ ਠੀਕ ਹੋ ਜੂ, ਇੰਨਾ ਦੇਰ ਨਹੀਂ ਲੋਕ ਕਰਦੇ। ਅੱਜ ਬੇਰੁਜ਼ਗਾਰ ਬੱਚੇ ਕੀ ਕਰਨ? ਅੱਜ ਜਿਹਦੀ ਪੜ੍ਹਾਈ ਖਤਮ ਹੋ ਗਈ ਉਹ ਕੀ ਕਰੇ? ਅੱਜ ਬੇਇਲਾਜ ਹਸਪਤਾਲ 'ਚ ਪਿਆ, ਉਹਦੇ ਲਈ ਵੀ ਤਾਂ ਲੜਨਾ ਪਊਗਾ ਨਾ। ਉਹ ਲੜਾਈ ਕੌਣ ਲੜ ਰਿਹਾ? ਉਹਦੇ 'ਚੋਂ ਇੱਕ ਮਰਜ ਹੋ ਰਹੀ ਚੀਜ਼ ਹੁੰਦੀ ਹੈ। ਫਿਰ ਉਦੋਂ ਬਾਅਦ ਤੁਸੀਂ ਆਪਣੀ ਪੋਲਿਟਿਕਸ ਤੈਅ ਕਰਦੇ ਹੋ। ਉਹ ਫੈਡਰਲਿਜ਼ਮ ਦੀ ਹੋ ਸਕਦੀ ਹੈ, ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਹੋ ਸਕਦੀ ਹੈ, ਕਿਸੇ ਦੀ ਖਾਲਿਸਤਾਨ ਦੀ। ਤੇ ਡਿਬੇਟ ਤਾਂ ਕਰੋ ਕਿਹੜੀ ਗੱਲ ਠੀਕ ਹੈ ਕਿਹੜੀ ਨਹੀਂ। ਤੁਸੀਂ ਕਹੋ ਕਿ ਖਾਲਿਸਤਾਨ ਅੱਜ ਦੇ ਦੌਰ 'ਚ ਚੱਲ ਨਹੀਂ ਸਕਦਾ, ਟ੍ਰੋਲਿੰਗ ਹੋ ਜਾਏਗੀ। ਅੱਧੇ ਕਹਿਣਗੇ ਜਿਹੜੇ ਘਰ ਬੈਠੇ ਫੇਸਬੁੱਕ ਹੀ ਹੈ ਨਹੀਂ, ਜਿਹੜੇ ਅਮਰਤਪਾਲ ਦੇ ਸਲੋਗਨ ਤੇ ਵੀ ਨਹੀਂ ਗਏ, ਕਿਹਾ ਕਿ ਆਜੋ ਮੌਕਾ ਪੈ ਗਿਆ ਆਓ ਹੁਣ। ਜਿੰਨੇ ਫੇਸਬੁੱਕ ਤੇ ਲਿਖਦੇ ਨੇ ਉਹਨਾਂ ਨੂੰ ਤਾਂ ਜਾਣਾ ਹੀ ਚਾਹੀਦਾ ਸੀ ਨਾ ਕਿ ਅਸੀਂ ਨਾਲ ਆ, ਕੋਈ ਗੱਲ ਨਹੀਂ ਤੁਹਾਡੇ ਨਾਲ ਖੜੇ ਆ। ਤੇ ਇਸ ਲਈ ਜਦੋਂ ਗਰਾਊਂਡ ਤੇ ਲੜਾਈ ਲੜਨੀ ਹੁੰਦੀ ਹੈ ਤਾਂ ਉਹ ਕਾਫੀ ਹੋਰ ਤਰ੍ਹਾਂ ਦੀ ਹੁੰਦੀ ਹੈ, ਹੋਰ ਢਾਂਚੇ 'ਚ ਦੇਖਣ ਦੀ ਲੋੜ ਹੁੰਦੀ ਹੈ। ਔਰ ਇਹਨੂੰ ਦੇਖਣਾ ਬਹੁਤ ਜ਼ਰੂਰੀ ਹੈ। ਪੰਜਾਬ ਦੇ ਪੱਖ 'ਚ ਵੀ ਇਹੀ ਹੈ, ਓਵਰਆਲ ਇਨਸਾਨੀਅਤ ਦੇ ਪੱਖ 'ਚ ਵੀ ਇਹੀ ਹੈ। ਸਰਬੱਤ ਦਾ ਭਲਾ ਵੀ ਉਹਦੇ 'ਚੋਂ ਹੀ ਨਿਕਲਣਾ। ਸਰਦਾਰ ਜਗਤਾਰ ਸਿੰਘ ਜੀ, ਆਖਰੀ 2 ਲਾਈਨਾਂ ਦੇ ਵਿੱਚ ਮੈਂ ਇਹ ਸਮਝਣਾ ਚਾਹੁੰਦਾ ਹੈ, ਜਿਹੜੀ ਮੈਂ ਸਰਦਾਰ ਹਰਮੀਤ ਸਿੰਘ ਹੋਣਾ ਨੂੰ ਵੀ ਗੱਲ ਪੁੱਛੀ ਹੈ, ਕਿ ਕੀ ਪੰਜਾਬ ਦੇ ਵਿੱਚ ਸਿੱਖਾਂ ਦੇ ਨਜ਼ਰੀਏ ਤੋਂ ਲਗਾਤਾਰ ਇੱਕ ਸਪੇਸ ਗਰਮ ਨਾਅਰਿਆਂ ਲਈ ਬਣੀ ਰਹਿੰਦੀ ਆ? ਗਰਮ ਖਿਆਲੀ ਲੋਕ ਕਿੰਨੇ ਪ੍ਰਤੀਸ਼ਤ ਨੇ ਜਿਹੜੇ ਕੰਟੀਨਿਊਟੀ 'ਚ ਇਹਨਾਂ ਵਰਤਾਰਿਆਂ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਦੇ ਆ, ਔਰ ਉਨੇ ਲੋਕਾਂ ਲਈ ਹੀ ਕੋਈ ਨਾ ਕੋਈ ਲੀਡਰਸ਼ਿਪ ਇਸ ਤਰ੍ਹਾਂ ਦੀ ਮੌਕਾ ਆਉਂਦੀ ਰਹਿੰਦੀ ਆ? ਔਰ ਇਹਦੇ ਵਿੱਚ ਇਹ ਵੀ ਸਿਲਸਿਲਾ ਬਣਿਆ ਰਹਿੰਦਾ ਕਿ ਪਹਿਲੇ ਪਿੱਛੇ ਚਲੇ ਜਾਂਦੇ, ਦੂਜੇ ਆ ਜਾਂਦੇ, ਤੀਜੇ ਕੁਝ ਪ੍ਰਸੰਗਿਕਤਾ ਗਵਾ ਲੈਂਦੇ ਆ, ਨਵੇਂ ਕੁਛ ਆਣ ਕੇ ਉਹਨਾਂ ਦੀ ਜਗ੍ਹਾ ਲੈ ਲੈਂਦੇ। ਫਿਰ ਜਿਵੇਂ ਨਰਮ ਪੋਲਿਟਿਕਸ ਹੈ, ਇਹ ਕਿੰਨੇ ਕੁ ਪ੍ਰਤੀਸ਼ਤ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ 'ਚ ਪਈ ਚੀਜ਼ ਆ, ਜਾਂ ਪੂਰਾ ਹੀ ਇੱਕ ਢਾਂਚਾ ਹੀ ਜਿਹੜਾ ਪੂਰੀ ਸਿੱਖ ਕੌਮ ਦਾ ਇਹਦੇ ਅੰਦਰ ਇਹ ਨਜ਼ਰੀਆ ਪਿਆ ਰਹਿੰਦਾ? ਜਦ ਤੱਕ ਜਿਹੜਾ ਪਹਿਲਾ ਸੰਘਰਸ਼ ਚੱਲਿਆ ਉਹਦਾ ਕਲੋਜ਼ਰ ਨਹੀਂ ਹੁੰਦਾ, ਇਹ ਜਿਹੜੀ ਰੈਡੀਕਲ ਸਪੇਸ ਹੈ ਇਹ ਇਸ ਤਰ੍ਹਾਂ ਹੀ ਐਕਟਿਵ ਰਹੇਗੀ। ਔਰ ਹੁਣ ਤਾਂ ਵੈਸੇ ਵੀ ਇਹ ਸਪੇਸ ਗਲੋਬਲ ਹੋ ਚੁੱਕੀ ਹੈ। ਜਦੋਂ ਗਲੋਬਲਾਈਜ਼ਡ ਇੱਕ ਸਿਚੁਏਸ਼ਨ ਹੋ ਜਾਏ, ਉਹਦੇ ਵਿੱਚ ਇਹ ਸੰਘਰਸ਼ ਜਿਹੜੀ ਇਹ ਲਾਈਨ ਹੁੰਦੀ ਇਸ ਤਰ੍ਹਾਂ ਖਤਮ ਨਹੀਂ ਹੋਇਆ ਕਰਦੀ। ਇਹਦਾ ਕਲੋਜ਼ਰ ਹੋਣਾ ਬਹੁਤ ਜ਼ਰੂਰੀ ਹੈ। ਔਰ ਕਲੋਜ਼ਰ ਤਾਂ ਹੀ ਹੋ ਸਕਦਾ ਜੇ ਇੰਡੀਅਨ ਸਟੇਟ ਇਹਦੇ ਵਾਸਤੇ ਕੋਈ ਸਟੈਪ ਚੱਕੇ। ਔਰ ਅਲਟੀਮੇਟਲੀ ਜਿਹੜਾ ਇਹਦਾ ਕਾਊਂਟਰ ਹੈ ਉਹ ਡੈਮੋਕ੍ਰੈਟਿਕ ਅਕਾਲੀ ਸਪੇਸ ਤੋਂ ਹੋ ਸਕਦਾ ਹੈ। ਲੇਕਿਨ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਮਸਲੇ ਅੱਜ ਵੀ ਉਸ ਮੂਵਮੈਂਟ ਨਾਲ ਸੰਬੰਧਿਤ ਹੈ ਖੜੇ ਹੈ। ਮਸਲਨ ਅੱਜ ਵੀ ਸਾਨੂੰ ਨਹੀਂ ਪਤਾ ਕਿ ਬਲੂ ਸਟਾਰ ਦੇ ਪਿੱਛੇ ਫੋਰਸਸ ਕੀ ਸੀ, ਕੀ ਹੋਇਆ ਸੀ। ਕਿਤਾਬਾਂ ਆ ਰਹੀਆਂ, ਸਭ ਕੁਝ ਹੋ ਰਿਹਾ, ਅਸੀਂ ਵੀ ਲਿਖਦੇ ਹਾਂ, ਲੇਕਿਨ ਉਹ ਰਿਕਾਰਡ ਰਿਲੀਜ਼ ਹੋਵੇ, ਲੋਕਾਂ ਨੂੰ ਘੱਟੋ ਘੱਟ ਪਤਾ ਤਾਂ ਲੱਗੇ ਵੀ ਕੀ ਹੋਇਆ, ਇਨਸਾਫ ਮਿਲੇ। ਲੋਕ ਜੇਲ੍ਹਾਂ 'ਚ ਬੈਠੇ ਆ, ਕਿਉਂ ਬੈਠੇ ਸੀਗੇ, ਗੱਲ ਕਿਸੇ ਸਿਰੇ ਲੱਗੇ। ਸੋ ਇਸ ਕਰਕੇ ਜਦ ਤੱਕ ਉਹ ਗੱਲ ਅੱਗੇ ਨਹੀਂ ਤੁਰਦੀ, ਇਹਦਾ ਇਨੀਸ਼ੀਏਟਿਵ ਗੌਰਮੈਂਟ ਆਫ ਇੰਡੀਆ ਤੋਂ ਆਉਣਾ ਚਾਹੀਦਾ ਹੈ। ਇਹ ਕਹਿਣਾ ਕਿ ਜੀ ਇਹ ਤਾਂ ਫੋਰਨ ਸਪਾਂਸਰਡ ਹੈ, ISI ਸਪਾਂਸਰਡ ਹੈ, ਇਹਦੇ ਨਾਲ ਗੱਲ ਨਹੀਂ ਬਣਦੀ। ਇਹਦੇ ਪਿੱਛੇ ਇੱਕ ਸਿਆਸਤ ਸੀ, ਉਹ ਸਿਆਸਤ ਜਿਹੜੀ ਜਦ ਤੱਕ ਹੈਗੀ ਹੈ ਇਹ ਸਪੇਸ ਇਸ ਤਰ੍ਹਾਂ ਹੀ ਐਕਟਿਵ ਰਹੇਗੀ। ਤੁਹਾਡਾ ਮਤਲਬ ਹੈ ਕਿ ਉਦੋਂ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਜਨਤਕ ਕੀਤੇ ਜਾਣ ਕਿ ਕਿਹਦਾ ਕੀ ਰੋਲ ਰਿਹਾ, ਕਿੰਨੇ ਕੀ ਆਰਡਰ ਕੀਤੇ, ਕਿਸ ਤਰ੍ਹਾਂ ਦੀਆਂ ਪਰਿਸਥਿਤੀਆਂ, ਕੀ ਪ੍ਰਪੋਜ਼ਲਸ ਪੇਸ਼ ਹੋਈਆਂ, ਵੱਖ-ਵੱਖ ਮੀਟਿੰਗਾਂ ਦਾ ਏਜੰਡਾ ਕੀ ਸੀ, ਉਹਨਾਂ ਦੇ ਸਿੱਟੇ ਕੀ ਸੀ, ਉਹ ਸਾਰਾ ਜੇ ਕੋਈ ਔਨ ਰਿਕਾਰਡ ਹੈ ਤੇ ਉਹ ਪੇਸ਼ ਹੋਵੇ। ਪਰ ਮੈਂ ਇਹਦੇ ਫਿਰ ਇੱਕ
ਇੱਕ ਆਖਰੀ ਜਿਹੜੀ ਤੁਹਾਡੇ ਕੋਲੋਂ ਰਾਏ ਪੁੱਛਣਾ ਚਾਹੁੰਦਾ ਹੈ ਕਿ ਇਹਦੇ ਦੋ ਪਹਿਲੂ ਨੇ। ਇੱਕ ਤਾਂ ਉਹ ਜਿਹੜੀ ਏਜ ਗਰੁੱਪ ਦੇ ਵਿੱਚ ਉਹਨਾਂ ਵਰਤਾਰਿਆਂ ਨੂੰ ਦੇਖਿਆ ਜਿਨ੍ਹਾਂ ਨੇ ਬਲੂ ਸਟਾਰ ਆਪਰੇਸ਼ਨ ਨੂੰ ਦੇਖਿਆ ਅੱਖਾਂ ਨਾਲ, ਉਸ ਦੌਰ ਨੂੰ ਹੰਢਾਇਆ, ਤੇ ਇੱਕ ਜਿਹੜੀ ਉਸ ਤੋਂ ਬਾਅਦ ਪੈਦਾ ਹੁੰਦੀ ਹੈ ਜਿਹੜੀ ਹੁਣ ਬਹੁਤ ਛੇਤੀ ਰਿਸਪੌਂਡ ਕਰਦੀ ਹੈ। ਇਹ ਬੜਾ ਅਹਿਮ ਸਵਾਲ ਆ ਕਿ ਕੀ ਜਿਹੜੇ ਪਹਿਲੇ ਲੋਕ ਹੈ ਜਿਨ੍ਹਾਂ ਨੇ ਉਸ ਸਾਰੀਆਂ ਚੀਜ਼ਾਂ ਨੂੰ ਆਪਣੀ ਅੱਖ ਮੂਹਰੇ ਵਾਪਰਦਿਆਂ ਦੇਖਿਆ ਤੇ ਉਸ ਤੋਂ ਬਾਅਦ ਉਹਦੇ ਅਸਰ ਵੀ ਝੱਲੇ ਨੇ, ਉਹਨਾਂ ਦਾ ਵਿਊ ਪੁਆਇੰਟ ਕਿਹੋ ਜਿਹਾ, ਤੇ ਜਿਹੜੀ ਪੀੜ੍ਹੀ ਸਿਰਫ ਤੇ ਸਿਰਫ ਫੇਸਬੁੱਕ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਕਿਤਾਬਾਂ ਦੇ ਰੂਪ ਚ, ਹਾਲਾਂਕਿ ਕਿਤਾਬ ਪੜ੍ਹਨ ਦਾ ਤੇ ਕਲਚਰ ਹੀ ਨਵੀਂ ਪੀੜ੍ਹੀ ਚ ਬੜਾ ਘਟ ਗਿਆ, ਜਿਹੜੀ ਉਤੋਂ ਇੱਕਦਮ ਅਸਰ ਲੈ ਕੇ ਤੇ ਤੁਰੰਤ ਭੜਕ ਜਾਂਦੀ ਹੈ। ਇਹ ਦੋ ਪਹਿਲੂਆਂ ਚ ਤੁਹਾਨੂੰ ਲੱਗਦਾ ਹੈ ਕਿ ਇਹ ਕਨੈਕਟ ਬਣਿਆ ਪਿਛਲੀ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ? ਜੇ ਇਹਦੇ ਅਸਰ ਆਉਂਦੇ, ਮੂੰਹ ਦਬੂਈ ਜਾਂ ਸੀਨਾ ਬਸੀਨਾ ਚੀਜ਼ਾਂ ਅੱਗੇ ਵੱਧਦੀਆਂ, ਇਤਿਹਾਸ ਆਪਣੇ ਆਪ ਚ, ਇਹਨੂੰ ਕਿਵੇਂ ਤੁਸੀਂ ਜ਼ੁਬਾਨ ਦਿੰਦੇ ਹੋ ਕਿ ਇਹ ਜਿਹੜੇ ਬੱਚੇ ਨਵੇਂ ਨੇ ਇਹ ਛੇਤੀ ਇਹਨੂੰ ਚੀਜ਼ਾਂ ਨੂੰ ਜਿਵੇਂ ਪਰੋਸਿਆ ਜਾਂਦਾ ਉਵੇਂ ਹੀ ਉਹਨੂੰ ਹਜਮ ਕਰਨ ਲੱਗ ਪੈਂਦੇ? ਜਿਹੜੀ ਪਿਛਲੀ ਪੀੜ੍ਹੀ ਹੈ ਉਹਨੇ ਅੱਜ ਤੱਕ ਆਪਣੀ ਇੰਟਰੋਸਪੈਕਸ਼ਨ ਨਹੀਂ ਦਿੱਤੀ। ਜੇ ਉਹ ਇੰਟਰੋਸਪੈਕਸ਼ਨ ਕੀਤੀ ਹੁੰਦੀ ਤੇ ਅੱਜ ਜਿਹੜੀ ਸਿਆਸਤ ਹੈ ਇਹਦਾ ਰੂਪ ਰੰਗ ਹੋਰ ਹੁੰਦਾ, ਤਾਂ ਕਿ ਅਗਲੀ ਪੀੜ੍ਹੀ ਨੂੰ ਸਮਝ ਆਉਂਦੀ ਕਿ ਪਿਛਲੀ ਸਿਆਸਤ ਦੇ ਵਿੱਚ ਗਲਤੀਆਂ ਕਿੱਥੇ ਹੋਈਆਂ, ਕਿਉਂ ਕੌਮ ਦਾ ਇੰਨਾ ਨੁਕਸਾਨ ਹੋਇਆ। ਦੂਸਰੀ ਗੱਲ, ਹੁਣ ਟੈਕਨੀਕਲ ਐਡਵਾਂਸਮੈਂਟ ਇੰਨੀ ਹੋ ਚੁੱਕੀ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇੱਥੇ ਵਿਦਿਨ ਸੈਕਿੰਡ ਸਾਰੀ ਦੁਨੀਆ ਦੇ ਵਿੱਚ ਹੀ ਗੱਲ ਫੈਲ ਜਾਂਦੀ ਹੈ। ਸੋ ਇੱਥੇ ਜਿਹੜੇ ਨੈਰੇਟਿਵ ਬਿਲਡ ਕਰਨੇ ਹੈ ਉਹ ਸੋਚ ਸਮਝ ਕੇ ਕਰਨੇ ਚਾਹੀਦੇ ਹੈ, ਔਰ ਉਹ ਨੈਰੇਟਿਵ ਤਾਂ ਠੀਕ ਹੋ ਸਕਦੇ ਹੈ ਜੇ ਕਿਸੇ ਸੰਘਰਸ਼ ਦੇ ਵਿੱਚੋਂ ਪ੍ਰੋਪਰ ਲੀਡਰਸ਼ਿਪ ਸਪੇਸ ਦੇ ਵਿੱਚ ਨਿਕਲ ਕੇ ਆਵੇ। ਜਦ ਤੱਕ ਉਹ ਸਪੇਸ ਦੇ ਵਿੱਚ ਲੀਡਰਸ਼ਿਪ ਕ੍ਰੈਡੀਬਲ ਨਹੀਂ ਨਿਕਲਦੀ, ਇਹ ਘਚੋਲੇ ਪਏ ਰਹਿਣੇ ਹੈ। ਔਰ ਰੈਡੀਕਲ ਸਪੇਸ ਦਾ ਇੱਕ ਪਰਮਾਨੈਂਟ ਇੱਕ ਜਗ੍ਹਾ ਹੈ ਪੰਜਾਬ ਗਲੋਬਲ ਲੈਵਲ ਤੇ, ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਹੈ, ਔਰ ਇਹ ਸਪੇਸ ਲਗਾਤਾਰ ਹੀ ਰਹਿਣੀ ਹੈ ਜੀ। ਇਹ ਕੰਪਰੋਮਾਈਜ਼ ਕਰਕੇ ਸਭ ਨੂੰ ਚਲਾਉਣਾ ਚਾਹੀਦਾ ਹੈ ਕਿ ਇਹ ਰੈਡੀਕਲ ਸਪੇਸ ਦੇ ਵਿੱਚ ਹੁਣ ਇਹ ਪਰਮਾਨੈਂਟ ਫੀਚਰ ਹੈ ਜੀ। ਸਰਦਾਰ ਸਿੱਧੂ ਸਾਹਿਬ, ਜਾਂਦੇ ਜਾਂਦੇ ਸਿਰਫ 30 ਸੈਕਿੰਡ ਦੇ ਵਿੱਚ ਆਪਣਾ ਵਿਊ ਪੁਆਇੰਟ ਦੇ ਦਿਓ। ਦੇਖੋ, ਇਹ ਸਭ ਕੁਝ ਬੜਾ ਪਲਾਨਡ ਤਰੀਕੇ ਨਾਲ ਕਿਸੇ ਵੱਡੀ ਤਾਕਤ ਨੇ ਰੈਡੀਕਲ ਤੇ ਸੌਫਟ ਦੋ ਤਰ੍ਹਾਂ ਦੀ ਪੋਲਿਟਿਕਸ 'ਚ ਵੰਡਤਾ, ਤੇ ਕੁਝ ਸਾਡੇ ਵੀ ਇੱਥੇ ਵੀ ਪੰਜਾਬ ਦੇ ਕੁਝ ਬੰਦੇ ਜਿਹੜੇ ਇਨਵੋਲਵਡ ਸੀ ਪੋਲਿਟਿਕਸ, ਉਹਨਾਂ ਨੇ ਇਹ ਸਾਰੇ ਪ੍ਰੋਸੈਸ ਨੂੰ ਥੋੜਾ ਜਿਹਾ ਐਕਸਪੀਡਾਈਟ ਕੀਤਾ, ਤੇਜ਼ ਕੀਤਾ, ਤੇ ਪਰਮਾਨੈਂਟਲੀ ਜੇ ਫਰਜ਼ ਕੀਤਾ ਵੀ ਜੇ ਬਲੂ ਸਟਾਰ ਦੇ ਆਪਰੇਸ਼ਨ ਤੋਂ ਪਹਿਲਾਂ ਤੱਕ ਧਰਮਯੁੱਧ ਮੋਰਚੇ 'ਚ 2 ਸਾਲ ਸਾਰੀਆਂ ਗੜਬੜਾਂ ਦੇ ਬਾਵਜੂਦ ਵੀ ਰੈਡੀਕਲ ਤੇ ਜਿਹੜੀ ਦੂਸਰੀ ਪੋਲਿਟਿਕਸ ਸੀ, ਨਰਮ ਪੋਲਿਟਿਕਸ, ਦੋਨੋਂ ਇਕੱਠੀਆਂ ਖੜੀਆਂ, ਇਕੱਠੀਆਂ ਚੱਲ ਰਹੀਆਂ, ਤੇ ਇਹ ਚੱਲੀਆਂ ਜਾ ਸਕਦੀਆਂ ਸੀ, ਬਾਹਰ 'ਚ ਵੀ ਇਕੱਠੀਆਂ ਹੋ ਸਕਦੀਆਂ ਸੀਗੀਆਂ। ਇੱਕ ਪੈ ਗਈ ਆ ਦਿੱਲੀ ਸਰਕਾਰ ਦੇ ਖੇਮੇ 'ਚ ਪੈ ਗਈ, ਇੱਕ ਜਿਹੜੀ ਆ ਉਹ ਪਾਸੇ ਕੱਢ ਦਿੱਤੀ ਗਈ, ਛੋਟੀ ਜਿਹੀ ਧਿਰ ਬਣਾ ਕੇ ਉਹਨੂੰ ਕੁੱਟਿਆ ਮਾਰਿਆ ਸਾਰਾ ਗਿਆ। ਇਹ ਜਿਹੜੀ ਆਪਣੇ ਆਪ ਦੀ ਡਿਵੀਜ਼ਨ ਹੈ, ਆਪਣੇ ਆਪ 'ਚ ਬਹੁਤ ਮਾੜੀ ਹੈ ਇਹ ਜਿਹੜੀ ਪੋਲਿਟਿਕਸ ਦੇ ਵਿੱਚ। ਇਹ ਕਦੇ ਵੀ ਨਹੀਂ, ਇਹਦੇ ਵਿੱਚ ਤੁਸੀਂ ਆਪਸ ਵਿੱਚ ਮਿਲ ਨਹੀਂ ਸਕਦੀ। ਤੇ ਇਹ ਤਰੀਕਾ ਤਾਂ ਬਹੁਤੇ ਥਾਂ ਇਹ ਹੁੰਦਾ ਜਦੋਂ ਰੈਡੀਕਲ ਮੂਵਮੈਂਟ ਚੱਲਦੀ ਹੈ ਵੀ ਇੱਕ ਨੂੰ ਫਿਨਿਸ਼ ਆਫ ਕੀਤਾ ਜਾਵੇ, ਜਾਂ ਉਹ ਐਡੀ ਸਟਰੋਂਗ ਹੋਵੇ ਦੂਜੇ ਨੂੰ ਫਿਨਿਸ਼ ਆਫ ਵੀ ਕਰਦੇ, ਪਰ ਹੁੰਦਾ ਨਹੀਂ, ਕਿਤੇ ਨਹੀਂ ਹੋਇਆ, ਸ਼੍ਰੀਲੰਕਾ 'ਚ ਵੀ ਨਹੀਂ ਹੋਇਆ। ਤੇ ਇਸ ਕਰਕੇ ਇਹ ਜਿਹੜਾ ਡਿਵੀਜ਼ਨ ਹੈ, ਡਿਵੀਜ਼ਨ ਵਿੱਚ ਕੁਝ ਮਿਲੀਟੈਂਟਾਂ ਦਾ ਵੀ ਪੱਕਾ ਕਰਨ 'ਚ ਗਲਤੀ ਆ ਉਹਨਾਂ ਦੀ, ਤੇ ਦੂਜਿਆਂ ਦੀ ਕਿਸੇ ਪਾਸੇ ਬਿਲਕੁਲ ਹੀ ਕਿਸੇ ਝੋਲੀ 'ਚ ਡਿੱਗ ਪੈਣ ਨਾਲ ਉਹਨਾਂ ਦੀ ਵੀ ਵੱਡੀ ਗਲਤੀ ਕੀਤੀ ਹੈ। ਇਸ ਕਰਕੇ ਪੰਜਾਬ ਦੇ ਵਿੱਚ ਡਿਵੀਜ਼ਨ ਹੈ ਜਿਹੜੀ ਹੋਈ, ਉਹ ਫਾਇਦਾ ਕੀਤਾ ਇੱਕ ਵੱਡੀ ਧਿਰ ਨੂੰ, ਦਿੱਲੀ ਨੂੰ, ਉਸ ਗੱਲ ਦਾ ਬਹੁਤ ਵੱਡਾ ਫਾਇਦਾ ਹੋਇਆ। ਉਹ ਅਜੇ ਵੀ ਚੱਲ ਰਿਹਾ, ਉਹ ਕਨਫਿਊਜ਼ਨ ਵਿੱਚੋਂ ਪੋਲਿਟਿਕਸ ਹਜੇ ਤੱਕ ਸਿੱਧੀ ਨਹੀਂ ਹੋਈ, ਤੇ ਇਸੇ ਕਰਕੇ ਇੱਧਰ ਉੱਧਰ ਚੱਲ ਰਹੀ ਹੈ। ਤੇ ਡੈਮੋਕ੍ਰੈਟਿਕ ਜਿਹੜੀ ਪੋਲਿਟਿਕਸ ਬਣਨੀ ਚਾਹੀਦੀ ਹੈ ਉਹ ਨਹੀਂ ਬਣੀ। ਈਵਨ ਸਿੱਖੀ ਸਿਧਾਂਤ ਵਾਲੀ ਪੋਲਿਟਿਕਸ ਵੀ ਨਹੀਂ ਬਣੀ ਸਾਰੇ ਤੱਕ, ਵੀ ਕਿਸੇ ਹੋਰ ਜਿਹੜੇ ਮਜ਼ਲੂਮ ਲੋਕ ਆ ਉਹਨਾਂ ਨਾਲ ਸਾਡਾ ਸੰਬੰਧ ਹੋ ਜੇ, ਉੱਧਰ ਵੀ ਨਹੀਂ ਜਾਂਦੇ। ਇਹ ਸਾਰਾ ਕੁਝ ਆਪਸ ਵਿੱਚ ਦੀ ਇੱਕ ਦੂਜੇ ਦੀ ਲੜਾਈ ਦੇ ਵਿੱਚ ਹੀ ਸਮੇਟਿਆ ਪਿਆ, ਜਾਂ ਇਸ ਕਿਸਮ ਦਾ ਵਰਲਡ ਇਸ ਕਿਸਮ ਦਾ ਇੱਕ ਚੱਕਰ ਜਿਹਾ ਬਣਾ ਛੱਡਿਆ ਇਹਨਾਂ ਨੇ। ਹਾਂਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।